वाहिगुरु जी का खालसा वाहिगुरु जी की फतेह। शब्द गुरु साहिब श्री गुरु ग्रंथ साहिब जीआं दी पावन हजूरी विच अत्यंत शरधा दे सहित जुड़ बैठे सर्वतमाई भाई धनता दे जोग हो आप जी। जिन्हां नूं सतगुरां दीयां कथा कहानियां सुनन दा सबब प्राप्त होया है, आओ इस समय का आनंद माणीए। इतिहास के पावन पन्नियां तो आप जी ने सरवण किया। ये नानक प्रकाश की कथा कित्थों लिखी गई, केड़ियां केड़ियां औकड़ां दे सामने करने पे ते किहो जे हालातां दी बनतर सी उदों जदों इनू लिखिया। पिछले 2 दिनों तो आप जी सरवण करते आ रहे हो किद्दां नास्तिक निंदक साकत लोकां ने इस कथा नूं मलिया मेट करन लई पुरजोर मेहनत की, पर किसे तो कुछ ना होया। सूरज की रोशनी उवे ही चढ़ रही है, पर वड्डी गल समझाई भी साकतां दा संग नहीं करना। कौड़ तुमे दी वेल भावे मिश्री दी कंध ते भी चढ़ जे ना, रहना उन्हें कौड़े दा कौड़ा ही है। साकत बंदा लख धर्म की दुनिया च आ जे, हज़ारां वार गुरद्वारे बैठे मंदिर बैठे, कदे वो धर्मी नहीं बन सकता, शरधावान नहीं हो सकता। इन्हां सारे प्रकरणां नूं आप जी ने बड़े विस्तार सहित सरवण कीता। आओ जी कीमती बचन जो इस कथा दे परथाए ने सरवण करिए। पाओ प्रेम दी सांझ गज वज के आखो सतनाम श्री वाहिगुरु साहिब जी। सतनाम श्री वाहिगुरु साहिब जी। दोहरा निंदक जे निंदा करें, कीरत छोट न होए। ज्यों दोहराए सस पतर सो, शाद्यो जाए न सोए। चूड़ामण कवि भाई संतोख सिंह जी कुछ गुरसिखां दे सवालों के जवाब दे रहे ने, जिन्हां ने पूछया सी भी ये कथा दे विच इन्नियां औकड़ां आईयां तुसीं लिख किवें लई। वो कहंदे निंदकां दे माड़ा कहण नालों कोई फर्क नहीं पैंदा। चंद्रमा चढ़िया, कोई अपना मूँह पत्तियां विच छुपा के आखे भी चंद्रमा की चांदनी है ही नहीं, कोई फर्क नहीं है। कोई इंसान अपने आप नूं कमरे दे विच ताला ला के लुक जाए, नेरा करके आखे बाहर सूरज चढ़िया ही नहीं, सूरज नूं की फर्क है। इसे तरह गुरु नानक साहब जी की पावन महिमा जो निंदकां दे दब्बियां तो दबी नहीं गई, साकतां दे रौला पाया इच मिलावट भी ना हुई। दिन दिन चढ़ै सवाया, कहते सतगुरां दी उपमा दा सूरज दिनों दिन दुगना चौगना चढ़दा ए। ज्यों रब को आलूक मुख निंदे, अंध होए निज लोचन मुंदे। दूजा प्रमाण दे के आखदे ने, कहते उल्लुआं ने मीटिंग सदी, इकत्तरता बुलाई भी अज आपां मता पास करदे आं
ਵੀ ਸਭ ਨੇ ਇੱਕੋ ਰੱਟ ਲਾਉਣੀ ਆ ਵੀ ਸੂਰਜ ਨਾਂ ਦੀ ਚੀਜ਼ ਕੋਈ ਨਹੀਂ। ਉੱਲੂਆਂ ਦੀ ਇਕੱਤਰਤਾ ਮੀਟਿੰਗ ਦੇ ਵਿੱਚ ਕੀ ਹੋਇਆ? ਕਹਿੰਦੇ ਸੂਰਜ ਹੈ ਕੁਛ ਨਹੀਂ, ਪਰ ਸੂਰਜ ਦੀ ਤਪਸ਼ ਸਾੜਦੀ ਹੈ। ਨਿੰਦਕਾਂ ਨੇ ਆਖਿਆ ਗੁਰੂ ਨਾਨਕ ਸਾਹਿਬ ਦੀ ਮਹਿਮਾ ਤੋਂ ਵੱਡੀ ਅਸੀਂ ਆਪਣਿਆਂ ਦੀ ਮਹਿਮਾ ਲਿਖ ਦਿਆਂਗੇ, ਪਰ ਕੀ ਕਰਨ, ਹੋਣਾ ਕੁਛ ਨਹੀਂ। ਬਿੱਲੀ ਸਾਹਮਣੇ ਬੈਠੀ ਆ ਤੇ ਕਬੂਤਰ ਅੱਖਾਂ ਬੰਦ ਕਰਕੇ ਆਖੇ ਵੀ ਮੈਨੂੰ ਤੇ ਬਿੱਲੀ ਵੇਖਦੀ ਓ ਨਹੀਂ। ਖਤਰਾ ਨਹੀਂ ਟਲਿਆ, ਸੱਚ ਨਹੀਂ ਛੁਪਿਆ। ਗੁਰੂ ਨਾਨਕ ਸਾਹਿਬ ਦੀ ਮਹਿਮਾ, ਗੁਰੂ ਸਾਹਿਬ ਦੀ ਇਹ ਪਾਵਨ ਕਥਾ, ਕਹਿੰਦੇ ਲੱਖਾਂ ਪਾਪੜ ਵੇਲਿਆਂ ਤੋਂ ਬਾਅਦ ਵੀ ਜੱਗ ਵਿੱਚ ਅੱਜ ਵੀ ਪ੍ਰਗਟ ਹੈ। ਹਰ ਤੰਦ ਘਟ ਹੋਏ ਨ ਜਾਈ, ਦੀਪਤ ਸਭ ਲੋਕਨ ਸੁਖਦਾਈ। ਸੂਰਜ ਚੜ੍ਹਦਾ ਸਭ ਨੂੰ ਨਜ਼ਰ ਆਉਂਦਾ ਹੈ। ਇੱਕ ਬੰਦੇ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ, ਅੱਖਾਂ ਦਾ ਅੰਧਰਾਤਾ ਹੋ ਗਿਆ, ਅੰਨਾ ਹੋ ਗਿਆ, ਨਾ ਉਹਨੂੰ ਚੰਦ ਦਿਸਦਾ ਨਾ ਦਿਸਦਾ ਸੂਰਜ। ਹੁਣ ਇਹ ਤਾਂ ਨਹੀਂ ਹੈ ਨਾ ਵੀ ਜੇ ਉਸ ਬੰਦੇ ਨੂੰ ਦਿਸਦਾ ਨਹੀਂ ਤੇ ਚੰਦ ਸੂਰਜ ਚੜ੍ਹਨੋਂ ਹਟ ਗਿਆ। ਜਿਹਨੂੰ ਦਿਸਦਾ ਨਹੀਂ ਉਹਨੂੰ ਕਦਰ ਵੀ ਕੀ ਹੈ। ਗੁਰੂ ਨਾਨਕ ਸਾਹਿਬ ਦੀ ਪਾਵਨ ਮਹਿਮਾ ਜਿਨ੍ਹਾਂ ਨੂੰ ਸੁਣਦੀ ਨਹੀਂ, ਜਿਨ੍ਹਾਂ ਦੇ ਕੰਨ ਬੋਲੇ ਹੋ ਗਏ, ਅੱਖਾਂ ਅੰਨੀਆਂ ਹੋ ਗਈਆਂ, ਮਨ ਹੋ ਗਿਆ ਪੱਥਰ। ਕਵੀ ਜੀ ਕਹਿੰਦੇ ਉਹਨਾਂ ਨੂੰ ਰੱਬ ਦੀ ਜਿੰਨੀ ਮਰਜ਼ੀ ਮਹਿਮਾ ਸੁਣਾ ਦਿਓ, ਉਹਨਾਂ ਲਈ ਸਮਾਂ ਖਰਾਬ ਕਰਨ ਵਾਲਾ ਕੰਮ ਹੈ। ਤੁਸੀਂ ਆਪਣੇ ਵਕਤ ਦੀ ਬਰਬਾਦੀ ਕਰਦੇ ਹੋ, ਕਿਉਂਕਿ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਪਾਪੀ ਬੰਦੇ ਨੂੰ ਕਦੇ ਰੱਬ ਦੀ ਭਗਤੀ ਭਾਉਂਦੀ ਨਹੀਂ, ਪਰਮਾਤਮਾ ਦੀ ਪੂਜਾ ਚੰਗੀ ਨਹੀਂ ਲੱਗਦੀ। ਕਿਉਂ? ਮਾਖੀ ਚੰਦਨ ਪਰ ਹਰੈ, ਜਹ ਬੇਗੰਧ ਤਹ ਜਾਏ। ਮਨਮੁਖ ਪ੍ਰਾਣੀ ਸਾਖਤ ਦਾ ਸੁਭਾਅ ਮੱਖੀ ਵਰਗਾ ਹੈ। ਲੱਖ ਖੁਸ਼ਬੂ ਇਤਰ ਫਲੇਲ ਸੈਂਟ ਛਿੜਕਦੇ, ਖੁਸ਼ਬੂਦਾਰ ਭੋਜਨ ਰੱਖਦੇ ਹੋ, ਚੰਦਨ ਤੱਕ ਦੀ ਖੁਸ਼ਬੂ ਲਾ ਦਿਓ ਸੰਦਲ ਦੀ, ਮੱਖੀ ਨਹੀਂ ਬਹਿੰਦੀ। ਬੈਠੂ ਕਿੱਥੇ? ਜਿੱਥੇ ਕਿਸੇ ਦਾ ਜ਼ਖਮ ਹੋਇਆ, ਕਿਸੇ ਦੇ ਫੂੜਾ ਹੋਇਆ, ਕਿਤੇ ਗੰਦਗੀ ਹੈ ਨਾ, ਕਹਿੰਦੇ ਜਹ ਬੇਗੰਧ ਤਹ ਜਾਏ। ਮੱਖੀ ਨੇ ਬਦਬੂ ਤੇ ਬਹਿਣਾ, ਮੈਲ ਤੇ ਬਹਿਣਾ, ਜ਼ਖਮ ਤੇ ਬਹਿਣਾ, ਉਹ ਕਦੇ ਸੁਗੰਧੀਆਂ ਤੇ ਨਹੀਂ ਬਹਿੰਦੀ। ਨਾਸਤਕ ਤੇ ਸਾਖਤ ਬੰਦਾ ਇਤਿਹਾਸ ਕਿਤੇ ਸੁਣ ਵੀ ਲਏ, ਪਹਿਲਾਂ ਤੇ ਸੁਣਦਾ ਨਹੀਂ। ਉਹਨੇ ਖੁਸ਼ਬੂ ਛੱਡ ਦੇਣੀ ਹੈ, ਮਹਿਮਾ ਛੱਡ ਦੇਣੀ ਹੈ। ਜੇ ਕਿਤੇ ਕੋਈ ਕਮੀ ਪੇਸ਼ੀ ਹੋਈ ਨਾ, 19 ਕਵੀ ਦੀ ਲਿਖੀ, ਕਹਿੰਦੇ ਮੱਖੀ ਵਾਂਗ ਉਸ ਫੋੜੇ ਤੇ ਜਾ ਬਹਿਣਾ, ਆਖੋ ਸਤਨਾਮ। ਬੜਾ ਪਿਆਰਾ ਪ੍ਰਮਾਣ ਮਹਾਕਵੀ ਭਾਈ ਸੰਤੋਖ ਸਿੰਘ ਦੇ ਰਹੇ ਆ। ਉਹ ਇਸ ਲਈ ਦੇ ਰਹੇ ਆ, ਲਿਖਿਆ ਉਹਨਾਂ ਬਕਾਇਦਾ, ਕਹਿੰਦੇ ਇਹੋ ਜਿਹੇ ਲੋਕ ਇਸ ਦੁਨੀਆ ਵਿੱਚ ਹੁੰਦੇ ਰਹਿਣਗੇ। ਇਹ ਨਹੀਂ ਵੀ ਇੱਕ ਵਾਰ ਹੋਏ ਆ। ਕਲਯੁਗ ਦਾ ਭਿਆਨਕ ਦੌਰ ਹੈ, ਲੋਕਾਂ ਦੇ ਛੁਪਾਇਆ ਸੂਰਜ ਛਿਪਣਾ ਨਹੀਂ। ਤਿਉ ਨਾਨਕ ਕੀਰਤ ਪ੍ਰਕਾਸ਼ੀ, ਦਿਵਤ ਜਹਾਂ ਤੈ ਨਿੰਦਕ ਨਾਸੇ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕੀਰਤ ਤੁਸੀਂ ਕਿੱਥੇ ਕਿੱਥੇ ਲੁਕੋ ਲੋਗੇ, ਕਿੱਥੇ ਕਿੱਥੇ ਛੁਪਾ ਲਓਗੇ। 14 ਨਾਮਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਕੁੱਲ ਦੁਨੀਆ ਵਿੱਚ ਜਾਣਿਆ ਜਾਂਦਾ। ਇਹ ਤੇ ਸਿਰਫ ਇਸ ਦੁਨੀਆ ਦੀ ਗੱਲ ਹੈ। 206 209 ਕੰਟਰੀਆਂ, ਪੂਰਾ ਮੁਲਕ, ਇੱਥੇ ਤੱਕ ਹੀ ਗੱਲ ਹੈ। ਪਰ ਜਿਨ੍ਹਾਂ ਦੁਨੀਆ ਬਾਰੇ ਅਸੀਂ ਨਹੀਂ ਜਾਣਦੇ, ਜਿਨ੍ਹਾਂ ਧਰਤੀਆਂ ਬਾਰੇ ਨਹੀਂ ਜਾਣਦੇ, ਅਸੀਂ ਉੱਥੋਂ ਦਾ ਗਿਆਨ ਕੱਥ ਨਹੀਂ ਸਕਦੇ। ਕਹਿੰਦੇ ਸਤਿਗੁਰਾਂ ਦੀ ਵਡਿਆਈ ਬੜੀ ਦੂਰ ਦੂਰ ਤੱਕ ਹੈ। ਕੌਣ ਕੌਣ ਛੁਪਾਏਗਾ? ਨਿੰਦਕ ਸੜ ਸੜ ਕੇ ਸਵਾਹ ਹੋ ਗਏ ਕੋਲਿਆਂ ਵਾਂਗੂ। ਪਰ ਗੁਰੂ ਦੀ ਮਹਿਮਾ ਘਟਾਇਆ ਘਟੀ ਨਾ, ਆਖੋ ਸਤਨਾਮ। ਕਹਿੰਦੇ ਸਤਿਗੁਰਾਂ ਦੀ ਮਹਿਮਾ ਤੇ ਹਰ ਪਾਸੇ ਹੈ। ਨੇਪਾਲ ਵਿੱਚ ਹੋਰ ਨਾਮ ਨਾਲ ਜਾਣਿਆ ਜਾਂਦਾ, ਸ਼੍ਰੀਲੰਕਾ 'ਚ ਹੋਰ ਤਰੀਕੇ ਨਾਲ ਜਾਣਦੇ ਆ। ਹਰ ਦੇਸ਼ ਵਿੱਚ ਅਲੱਗ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਦੀ ਪੂਜਾ ਹੈ। ਇਕੱਲੇ ਸਿੱਖ ਥੋੜ੍ਹਾ ਕਰਦੇ ਆ, ਸਾਰੀ ਦੁਨੀਆ ਹੀ ਕਰਦੀ ਹੈ। ਕਹਿੰਦੇ ਫਿਰ ਨਿੰਦਕ ਕੀ ਕਰਨਗੇ? ਜ਼ੋਰ ਲਾ ਲਿਆ ਉਹਨਾਂ ਨੇ, ਸੂਰਜ ਨੂੰ ਮਾੜਾ ਬੋਲ ਲਿਆ, ਚੰਦਰਮਾ ਨੂੰ ਮਾੜਾ ਬੋਲਿਆ, ਪਰ ਉਹਨਾਂ ਦਾ ਕੁਛ ਨਹੀਂ ਘਟਣਾ। ਨਾ ਤੇ ਗਾਲਾਂ ਕੱਢਿਆਂ ਤੋਂ ਸੂਰਜ ਨੇ ਰੌਸ਼ਨੀ ਘੱਟ ਕਰਨੀ, ਨਾ ਚੰਦ ਨੇ ਚੜ੍ਹਨੋਂ ਹਟਣਾ ਏ। ਆਸ਼ਰਮ ਬਰਨ ਚਤਰ ਵਿਸਤਾਰਾ, ਸ੍ਰੀ ਗੁਰ ਕੀਰਤ ਕਰੈ ਉਚਾਰਾ। ਗੁਰੂ ਨਾਨਕ ਸਾਹਿਬ ਦੀ ਕੀਰਤ ਮਹਿਮਾ ਕਹਿੰਦੇ ਚਾਰੇ ਵਰਨ ਗਾਉਂਦੇ ਆ, ਚਾਰੇ ਵਰਨ ਤੇ 4 ਆਸ਼ਰਮ। ਆਸ਼ਰਮ ਕਿਹੜੇ ਆ? ਬਾਨਪ੍ਰਸਥ, ਗ੍ਰਸਤੀ, ਸੰਨਿਆਸੀ, ਬ੍ਰਹਮਚਾਰੀ। ਤੇ 4 ਵਰਨ ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ। ਇਹ 8 ਹੋ ਗਏ।
ਕਹਿੰਦੇ ਇਹਨਾਂ ਚਾਰਾਂ ਨੇ ਗੁਰੂ ਸਾਹਿਬ ਦੀ ਮਹਿਮਾ ਜਾਣੀ ਤੇ ਜਾਣ ਰਹੇ ਆ। ਕੌਣ ਨਹੀਂ ਜਾਣਦਾ ਗੁਰੂ ਨਾਨਕ ਸਾਹਿਬ ਨੂੰ? ਸਤਿਗੁਰਾਂ ਦੀ ਇਸ ਪਾਵਨ ਕਥਾ ਦੇ ਵਿੱਚ ਵੱਡੇ ਵੱਡੇ ਧਨੰਤਰ ਪੰਡਤ ਕਹਿੰਦੇ ਕਹਾਉਂਦੇ ਉਹਨਾਂ ਸਮਿਆਂ ਦੇ ਗੁਰੂ ਪਾਤਸ਼ਾਹ ਦੇ ਨਾਲ ਚਰਚਾ ਕਰਨ ਆਉਂਦੇ ਸੀ, ਚਰਨ ਫੜ ਕੇ ਬਹਿ ਜਾਂਦੇ ਸੀ, ਕਹਿੰਦੇ ਮਰਜ਼ ਬਖਸ਼ ਲੈ। ਵੱਡੇ ਵੱਡੇ ਰਾਜੇ ਕਹਿੰਦੇ ਕਹਾਉਂਦੇ ਸਮੇਂ ਦੇ ਗੁਰੂ ਸਾਹਿਬ ਦੀ ਸ਼ਰਨ ਆਉਂਦੇ ਰਹੇ ਆ। ਬਾਬਰ ਵਰਗੇ ਰਾਜੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਦੇ ਰਹੇ ਬਾਅਦ ਵਿੱਚੋਂ। ਕਿਹਦੀ ਗੱਲ ਕਰੀਏ? ਗਰੀਬਾਂ ਤੋਂ ਲੈ ਕੇ ਅਮੀਰਾਂ ਤੱਕ, ਰਾਜਿਆਂ ਤੋਂ ਲੈ ਕੇ ਮਹਾਰਾਜਿਆਂ ਤੱਕ, 4 ਵਰਨਾਂ ਦੇ ਲੋਕ ਤੇ 4 ਆਸ਼ਰਮਾਂ ਦੇ ਲੋਕ। ਕੌਣ ਨਹੀਂ ਜਾਣਦਾ ਗੁਰੂ ਸਾਹਿਬ ਬਾਰੇ? ਉਹ ਅਲੱਗ ਗੱਲ ਆ ਵੀ ਅੱਜ ਸਾਡੇ ਸਿੱਖਾਂ ਦੇ ਬੱਚੇ ਗੁਰੂ ਨਾਨਕ ਸਾਹਿਬ ਜੀ ਬਾਰੇ ਬਹੁਤਾ ਨਹੀਂ ਜਾਣਦੇ। ਅੱਜ ਸਾਡੇ ਕੋਲ ਸਿਰਫ ਵੈਸਟ ਦੀਆਂ ਗੱਲਾਂ ਨੇ, ਸਾਊਥ ਦੀਆਂ ਗੱਲਾਂ ਨੇ, ਹੋਰ ਸਾਡੇ ਕੋਲ ਹੈ ਕੀ ਹੈ? ਪਰ ਸਾਨੂੰ ਆਪਣੇ ਪੰਜਾਬ ਦਾ, ਪੰਜਾਬੀਅਤ ਦਾ ਕੱਖ ਵੀ ਨਹੀਂ ਪਤਾ। ਅਸੀਂ ਤੇ ਇੱਥੋਂ ਤੱਕ ਨਹੀਂ ਲਿਖ ਸਕੇ ਵੀ ਜੇ ਸਾਡਾ ਮੁਲਕ ਪੰਜਾਬ ਹੈ, ਸਾਡਾ ਦੇਸ਼ ਪੰਜਾਬ ਹੈ, ਸਾਡਾ ਸੋਹਣਾ ਸਟੇਟ ਹੈ, ਜੇ ਅਸੀਂ ਪੰਜਾਬੀਆਂ ਕਮ ਸੇ ਕਮ ਅਸੀਂ ਹਰ ਆਪਣੇ ਸਾਈਨ ਪੰਜਾਬੀ 'ਚ ਕਰੀਏ। ਨਹੀਂ, ਗੱਲਾਂ ਪੰਜਾਬ ਦੀਆਂ ਨੇ। ਬੱਚੇ ਕਿਹੜੇ ਸਕੂਲਾਂ 'ਚ ਪੜ੍ਹਦੇ? ਸਾਡੇ ਘਰਾਂ 'ਚ ਅਖਬਾਰ ਕਿਹੜੇ ਚੜ੍ਹਦੇ ਆ? ਫਿਰ ਅਸੀਂ ਕਹਿੰਦੇ ਅਸੀਂ ਪੰਜਾਬੀ ਹਾਂ। ਕਮ ਸੇ ਕਮ ਆਪਣੇ ਸਾਈਨ ਪੰਜਾਬੀ ਵਿੱਚ ਕਰੋ। ਜਦ ਕਿਸੇ ਏਅਰਪੋਰਟ 'ਤੇ ਉਤਰੋ ਤੇ ਅਗਲਾ ਵੇਖੇ ਇਹ ਸੱਚਮੁੱਚ ਪੰਜਾਬ ਦਾ ਸਰਦਾਰ ਹੈ, ਇਹਦੇ ਸਾਈਨ ਪੰਜਾਬੀ ਬੋਲੀ ਵਿੱਚ ਨੇ। ਪਰ ਮਾਸੀ ਅੰਗਰੇਜ਼ੀ ਸਾਰਿਆਂ ਨੂੰ ਪਿਆਰੀ ਲੱਗਦੀ ਹੈ। ਆਪਣੀ ਬੋਲੀ ਬੋਲਣਾ ਕੋਈ ਮਾੜਾ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਮੁਖੀ ਭਾਸ਼ਾ ਦੇ ਵਿੱਚ ਛਿੱਟਾ ਦਿੱਤਾ ਹੈ, ਗੁਰਬਾਣੀ ਦਾ ਥਾਂ ਥਾਂ ਤੇ ਦਿੱਤਾ ਹੈ। ਇਸੇ ਕਰਕੇ ਕਵੀ ਕਹਿੰਦੇ ਉਹ ਕਿਹੜੀ ਕੁਲ ਹੈ, ਕਿਹੜਾ ਰਾਜ ਹੈ, ਕਿਹੜਾ ਦੇਸ਼ ਹੈ, ਜੋ ਗੁਰੂ ਨਾਨਕ ਸਾਹਿਬ ਦੀ ਮਹਿਮਾ ਤੋਂ ਅਣਜਾਣ ਹੋਵੇ। ਤੁਰਕ ਸਬੈ ਤੁਰਕਨ ਕੇ ਪੀਰੂ, ਜਨ ਹੈ ਨਾਨਕ ਗੁਣੀ ਗਹੀਰੂ। ਉਹਨਾਂ ਸਮਿਆਂ ਵਿੱਚ ਤੁਰਕਾਂ ਦੇ ਰਾਜ ਭਾਗ ਵੱਡੇ ਸੀ। ਅਰਬ ਤੋਂ ਲੈ ਕੇ ਸਾਰੀ ਦੁਨੀਆ ਤੇ ਰਾਜ ਮੁਗਲਾਂ ਦਾ ਹੀ ਸੀ। ਕਹਿੰਦੇ ਉਹ ਸਮੇਂ ਦੇ ਕਹਿੰਦੇ ਕਹਾਉਂਦੇ ਮੁਗਲਾਂ ਨੇ ਵੀ ਗੁਰੂ ਨਾਨਕ ਸਾਹਿਬ ਨਾਲ ਬਹਿਸ ਕੀਤੀ, ਟੱਕਰਾਂ ਮਾਰੀਆਂ ਕੇ, ਵੱਧ ਘੱਟ ਬੋਲੇ, ਚਰਚਾ ਕੀਤੀ। ਜਦ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਬਗਦਾਦ ਵਰਗੇ ਪੀਰ ਝੁਕੇ ਨਾ, ਤੇ ਫਿਰ ਇਸਲਾਮ ਵਾਲਿਆਂ ਨੇ ਵੀ ਕਿਹਾ ਤੂੰ ਪੀਰਾਂ ਦਾ ਪੀਰ ਹੈ, ਆਖੋ ਸਤਨਾਮ। ਫਿਰ ਮੱਕੇ ਵਾਲੇ ਵੀ ਕਹਿੰਦੇ ਸੀ ਤੂੰ ਡਾਢਾ ਔਲੀਆ ਹੈ, ਪੈਗੰਬਰ ਹੈ ਸਾਡਾ, ਮੰਨਦੇ ਸੀ ਸਾਰੇ। ਕਹਿੰਦੇ ਸਮੇਂ ਦਾ ਇਸਲਾਮ ਗੁਰੂ ਨਾਨਕ ਸਾਹਿਬ ਨੂੰ ਸਜਦੇ ਕਰਦਾ ਹੈ, ਤੇ ਆਪਣਿਆਂ ਦੇ ਘਰ ਜੰਮੇ ਨਿੰਦਕ ਆਰੀ ਲੈ ਕੇ ਬੈਠੇ ਆ। ਇਹ ਕੋਈ ਅੱਤ ਕਥਨੀ ਨਹੀਂ ਹੈ। ਅੱਜ ਵੀ ਸਿੱਖੀ ਦਾ ਨੁਕਸਾਨ ਕਰਨ ਵਾਲੇ ਨਾ ਤੇ ਅੰਗਰੇਜ਼ ਨੇ। ਧਿਆਨ ਦਿਓ, ਕਦੇ ਕਿਸੇ ਗੋਰੇ ਨੇ ਕਿਤਾਬ ਲਿਖੀ ਸਿੱਖਾਂ ਦੇ ਵਿਰੁੱਧ? ਦੱਸਿਓ ਜੀ। ਕਦੇ ਕਿਸੇ ਮੁਸਲਮਾਨ ਦੀ ਕਿਤਾਬ ਪੜ੍ਹੀ ਹੈ ਵੀ ਸਿੱਖ ਮਾੜੇ ਨੇ, ਸਿੱਖ ਫਲਾਣੇ ਨੇ, ਅੱਤਵਾਦੀ ਨੇ, ਇਹ ਹੈ ਉਹ ਹੈ? ਸੁਣਿਆ ਕਦੇ? ਜਦ ਵੀ ਕੋਈ ਇਹੋ ਜਿਹੀ ਕਰਤੂਤ ਕਰੂਗਾ ਪੰਜਾਬ ਦਾ ਜੰਮਿਆ ਹੀ ਕਰੂਗਾ, ਆਖੋ ਸਤਨਾਮ। ਜਦ ਵੀ ਸਿੱਖੀ ਦੇ ਵਿਰੁੱਧ ਜ਼ਹਿਰ ਉਗਲੂ, ਕੋਈ ਮਾੜਾ ਬੋਲੂ, ਨਿੰਦਿਆ ਕਰੂ, ਪੰਜਾਬ ਵਾਲਾ ਹੀ ਹੋਊਗਾ। ਕਿਉਂ? ਇਹ ਕਿਉਂ ਹੋ ਰਿਹਾ ਹੈ? ਜਦ ਇੱਕ ਲੱਕੜਹਾਰਾ ਨਾ ਲੱਕੜ ਨੂੰ ਵੱਢਣ ਲੱਗੇ ਆ, ਰੁੱਖ ਦੀਆਂ ਅੱਖਾਂ ਇਸ ਲਈ ਭਰ ਆਈਆਂ। ਉਹ ਕਹਿੰਦੇ ਵੱਢਣ ਵਾਲੇ ਦਾ ਕਸੂਰ ਕੋਈ ਨਹੀਂ, ਇਸ ਕੁਹਾੜੇ ਵਿੱਚ ਦਸਤਾ ਵੀ ਤੇ ਸਾਡਾ ਹੀ ਭਾਈ, ਆਖੋ ਸਤਨਾਮ। ਜੇ ਦਸਤਾ ਲੱਕੜ ਦਾ ਸੀ ਤੇ ਤਾਂ ਜੜਾਂ ਨੂੰ ਪਿਆ। ਪ੍ਰਿਥੀ ਚੰਦ, ਮੀਣੇ, ਮਸੰਦੀਏ, ਹੰਦਾਲੀਏ, ਧੀਰ ਮੱਲੀਏ, ਕੌਣ ਸੀ ਇਹ? ਸਿੱਖਾਂ ਦੇ ਘਰ ਜੰਮਣ ਵਾਲੇ। ਅੱਜ ਵੀ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਕੌਣ ਨੇ? ਸਿੱਖ ਸਰਦਾਰਾਂ ਦੇ ਘਰਾਂ 'ਚ ਜੰਮਣ ਵਾਲੇ ਨੇ। ਕਵੀ ਜੀ ਕਹਿੰਦੇ ਇਹਨਾਂ ਨਿੰਦਕਾਂ ਨਾਲ ਕੀ ਹੋ ਜਾਣਾ ਹੈ? ਜੇ 4 ਦਿਹਾੜੇ ਕਾਂ ਬਹਿ ਕੇ ਕਾਂ ਕਿਸੇ ਚੁਬਾਰੇ ਤੇ ਕਰਦੇ ਹੋਣ, ਉਹ ਕੋਠੀ ਦੀ ਰਜਿਸਟਰੀ ਨਹੀਂ ਕਰਾ ਲੈਂਦੇ, ਆਖੋ ਸਤਨਾਮ। ਜੇ 4 ਨਿੰਦਕ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰ ਲੈਣਗੇ ਨਾ, ਉਹ ਰੱਬ ਨਹੀਂ ਬਣ ਜਾਣਗੇ। ਕਲਾਵਾਨ ਸਿਧਨਾਥ ਜੀ ਜੈ ਤੈਂ, ਸ੍ਰੀ ਗੁਰ ਕੀਰਤ ਪੂਰਨ ਸਭ ਮੈਂ। 84 ਸਿੱਧ ਦੇਵੀ ਦੇਵਤੇ, ਨੌਨਾਥ, ਜਤੀ, ਸਤੀ, ਬ੍ਰਹਮਚਾਰੀ, ਸਭ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਆ, ਸਭ ਉਹਨਾਂ ਨੂੰ ਜਪਦੇ ਨੇ। ਜਹ ਲੋ ਹੈ ਵਿਸਤ੍ਰਿਤ ਸੋ ਅਵਨੀ, ਸਰਬ ਥਾਨ ਮਹਿ ਕੀਰਤ ਰਵਨੀ। ਸਾਰੀ ਦੁਨੀਆ ਜਿੱਥੋਂ ਜਿੱਥੋਂ ਤੱਕ ਧਰਤੀ ਹੈ, ਉੱਥੋਂ ਤੱਕ ਗੁਰੂ ਨਾਨਕ ਸਾਹਿਬ ਦੀ ਮਹਿਮਾ ਹੈ। ਇਸ ਪ੍ਰਿਥਵੀ ਤੇ 4 ਸਮੁੰਦਰ ਨੇ, 4। ਓਏ ਉਹ ਅਲੱਗ ਗੱਲ ਹੈ, ਸਾਡੇ ਵਾਲਾ ਪੰਜਾਬ ਵਾਲਾ ਮਹਿਕਮਾ 7 ਕਹੀ ਜਾਂਦਾ ਹੈ। 4 ਸਮੁੰਦਰ, ਇੱਕ 5ਵਾਂ ਨਵਾ,
ਪਿਛਲੀ 9 ਜੂਨ ਤੋਂ ਪ੍ਰਗਟ ਹੋਇਆ ਹੈ ਉਹ ਚਾਰਾਂ ਦਾ ਹੀ ਹਿੱਸਾ ਸੀ। ਕਹਿੰਦੇ ਚਾਰੇ ਸਮੁੰਦਰਾਂ ਦੇ ਇਰਦ ਗਿਰਦ ਪੂਰੀ ਪ੍ਰਿਥਵੀ ਤੇ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਹੈ। ਜਿੱਥੇ ਜਿੱਥੇ ਮਰਦ ਨੇ ਉਦਾਸੀਆਂ ਕੀਤੀਆਂ, ਜਿੱਥੇ ਜਿੱਥੇ ਗਏ, ਕਿਉਂਕਿ ਬਹੁਤ ਵੱਡੀ ਕਥਾ ਦੀ ਆਰੰਭਤਾ ਉਦਾਸੀਆਂ ਦੀ ਹੋਣੀ ਹੈ। ਇਸ ਕਰਕੇ ਕਵੀ ਜੀ ਨੇ ਇਸ ਕਥਾ ਦੀ ਉਥਾਨਕਾ ਦੱਸੀ ਹੈ। ਕਹਿੰਦੇ ਸਭ ਥਾਵਾਂ ਤੇ ਸਤਿਗੁਰਾਂ ਦੇ ਗੁਣ ਗਾਏ ਜਾਂਦੇ ਆ। ਕਿਤੇ ਕੋਈ ਮੰਦਰ ਬਣਾ ਕੇ ਪੂਜਦਾ ਹੈ, ਕਿਤੇ ਕੋਈ ਦਰਗਾਹ ਬਣਾ ਕੇ ਪੂਜਦਾ ਹੈ, ਕਿਤੇ ਕੋਈ ਬੁੱਤ ਬਣਾ ਕੇ ਪੂਜਦਾ ਹੈ, ਕਿਤੇ ਕੋਈ ਸ਼ਬਦ ਲਿਖ ਕੇ ਪੂਜਦਾ ਏ। ਪੂਜਾ ਸਾਰੇ ਗੁਰੂ ਨਾਨਕ ਸਾਹਿਬ ਦੀ ਕਰਦੇ ਨੇ। ਤੋਰੇ ਹੁਤੇ ਮੁਵਾਸ ਮੁਕਾਮਾ ਸਭ ਉਪਰ ਆਜਤ ਅਬਰਾਮਾ। ਸਾਰਿਆਂ ਦੇ ਉੱਤੇ ਸਤਿਗੁਰਾਂ ਦੀ ਮਹਿਮਾ ਇਹ ਕਿਉਂ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਕੋਈ ਸੰਸਾਰੀ ਵਿਅਕਤੀ ਨਹੀਂ, ਕੋਈ ਪੁਰਸ਼ ਨਹੀਂ, ਕੋਈ ਮਨੁੱਖ ਨਹੀਂ। ਹਰੀ ਪਰਮੇਸ਼ਵਰ ਪਰਮਾਤਮਾ ਨੇ ਆਖੋ ਸਤਨਾਮ। ਤੇ ਅੱਜ ਸਾਡੇ ਸਿੱਖਾਂ ਨੇ ਜ਼ੋਰ ਲਾਇਆ ਦਸੇ ਸਤਿਗੁਰਾਂ ਨੂੰ ਸਾਡੇ ਵਰਗਾ ਬਣਾਉਣ ਤੇ। ਉਹ ਤੇ ਬਾਬਾ ਦੀਪ ਸਿੰਘ ਦੀ ਨਿੰਦਿਆ ਕਰਦੇ ਆ, ਕਹਿੰਦੇ ਨਹੀਂ ਨਹੀਂ ਸਿਰ ਨਹੀਂ ਕੱਟਿਆ ਗਿਆ, ਐਵੇਂ ਕਿਵੇਂ ਹੋ ਜੂ, ਜੇ ਮੈਂ ਨਹੀਂ ਉੱਠ ਸਕਦਾ ਤੇ ਉਹ ਨਹੀਂ ਕੁਝ ਕਰਨਾ। ਇਹ ਕਿਹਨਾਂ ਦਾ ਜ਼ੋਰ ਹੈ? ਸਾਡੇ ਲੋਕਾਂ ਦਾ। ਉਹ ਚਾਰ ਸਾਹਿਬਜ਼ਾਦਿਆਂ ਤੇ ਕਿੰਤੂ, ਗੁਰੂ ਕਲਗੀਧਰ ਤੇ ਕਿੰਤੂ, ਪਰੰਤੂ ਗੁਰੂ ਨਾਨਕ ਸਾਹਿਬ ਤੇ ਉਹਨਾਂ ਛੱਡਿਆ ਕਿਸੇ ਨੂੰ। ਤੇ ਹਾਲ ਉਹਨਾਂ ਦੇ ਕੀ ਹੋਣੇ ਆ? ਹੁਣ ਤੱਕ ਜੋ ਹੋਏ ਉਹੋ ਜਿਹੇ ਅੱਗੇ ਹੋਣੇ ਆ। ਨਿੰਦਕ ਨੇ ਨਾ, ਸਾਖਤ ਨੇ, ਆਪ ਤੇ ਜੁੜੇ ਨਹੀਂ ਤੇ ਹੋਰਾਂ ਨੂੰ ਤੋੜ ਸਕਦੇ ਆ। ਇਹ ਸਾਖਤ ਦੇ ਕੋਲ ਗੁਣ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਪਰਮੇਸ਼ਵਰ ਨੇ ਜਿਨ੍ਹਾਂ ਦੀ ਇਹ ਸਮੁੱਚੀ ਕਾਇਨਾਤ ਆਪ ਚਲਾਈ ਹੈ, ਜਿਨ੍ਹਾਂ ਨੇ ਸ੍ਰਿਸ਼ਟੀ ਸਾਜੀ ਹੈ, ਸਭ ਉਹਦੇ ਭਾਣੇ ਵਿੱਚ ਹਨ। ਪਵਿੱਤ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇਵਡਾਸੀ। ਇੱਥੇ ਬੜਾ ਪਿਆਰਾ ਕਵਿਤ ਲਿਖ ਰਹੇ ਨੇ ਕਵੀ ਜੀ ਸਤਿਗੁਰਾਂ ਦੀ ਮਹਿਮਾ ਦੇ ਵਿੱਚ। ਇੱਕ ਕਵਿਤ ਹੈ ਨਾ ਚਿੱਟੇ ਰੰਗ ਨਾਲ ਜੁੜਿਆ, ਰੰਗ ਸਫੇਦ। ਕਹਿੰਦੇ ਖੁਰਾਸਾਨ ਕਾਬਲ ਕੰਧਾਰ। ਇੱਥੇ ਖੁਰਾਸਾਨ ਕਿਹੜਾ ਇਲਾਕਾ ਜੀ? ਬਾਣੀ ਲਿਖਦੀ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਖੁਰਾਸਾਨ ਇਹ ਹੈ ਕਾਬਲ ਦਾ ਇਲਾਕਾ, ਅਫਗਾਨ ਦਾ ਇਲਾਕਾ। ਖੁਰਾਸਾਨ ਹੋਇਆ ਤੇ ਕਾਬਲ ਕੰਧਾਰ ਹੋਇਆ। ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨਾ ਕੇਵੜੇ ਵਰਗੀ ਹੈ। ਕੇਵੜਾ ਇੱਕ ਸੁਗੰਧੀ ਹੈ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਛਿੜਕਿਆ ਜਾਂਦਾ ਸੰਗਤ ਤੇ। ਇੱਕ ਮਹਿਕ ਹੈ, ਚਿੱਟੇ ਰੰਗ ਦਾ ਉਹ ਪਾਣੀ ਹੈ, ਗੁਲਾਬ ਜਲ ਵਾਂਗ ਹੈ। ਜਿੱਥੇ ਜਿੱਥੇ ਛਿੜਕਦਾ ਏ ਉਹਦੀਆਂ ਮਹਿਕਾਂ ਹੁੰਦੀਆਂ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਉਜਲ ਸਫੇਦ ਮਹਿਮਾ ਕਾਬਲ ਕੰਧਾਰ ਦੇ ਤੇ ਖੁਰਾਸਾਨ ਦੇ ਲੋਕ ਗਾਉਂਦੇ ਆ। ਕਵੀ ਜੀ ਨੇ ਨਾ ਇਸ ਕਵਿਤ ਦੇ ਵਿੱਚ ਇਸ ਪੂਰੀ ਏਸ਼ੀਆ ਦੀ ਧਰਤੀ ਨੂੰ ਬੰਨ੍ਹ ਲੈਣਾ ਹੈ। ਏਸ਼ੀਆ, ਮਿਡਲ ਈਸਟ, ਯੂਰਪ ਤੇ ਬਾਕੀ ਜਿੰਨੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਟੱਚ ਦੇਣਗੇ ਵੀ ਗੁਰੂ ਸਾਹਿਬ ਤੇ ਪੂਰੀ ਪ੍ਰਿਥਵੀ ਦੇ ਬ੍ਰਹਿਮੰਡ ਦੇ ਮਾਲਕ ਨੇ। ਉਹਨਾਂ ਬੜੇ ਪਿਆਰ ਵਿੱਚ ਸਿਫਤ ਵਿੱਚ ਲਿਖਿਆ। ਕਹਿੰਦੇ ਕੇਵੜਾ ਸਫੇਦ ਰੰਗ ਦਾ ਹੁੰਦਾ ਹੈ, ਕੇਵੜੇ ਵਿੱਚ ਖੁਸ਼ਬੂ ਹੁੰਦੀ ਹੈ ਜਿਹਨੂੰ ਆਮ ਆਪਾਂ ਕਿਉੜਾ ਕਹਿ ਦਿੰਦੇ ਹਾਂ। ਐਸੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਖੁਰਾਸਾਨ ਕਾਬਲ ਕੰਧਾਰ ਤੱਕ ਫੈਲੀ ਹੈ। ਮਦ ਮੁਲਤਾਨ ਹੂੰ ਕੇ ਮਾਲ ਤੇ ਸੀ ਫੁੱਲਿਆ। ਕਹਿੰਦੇ ਮਦ ਮੁਲਤਾਨ, ਮੁਲਤਾਨ ਦਾ ਇਲਾਕਾ ਕਿੱਥੇ ਹੈ? ਉਹ ਤੋਂ ਅੱਗੇ ਚਲੇ ਜਾਓ ਮੁਲਤਾਨ ਆ ਜਾਂਦਾ ਹੈ। ਕਹਿੰਦੇ ਮੁਲਤਾਨ ਦੇ ਵਿੱਚ ਸਤਿਗੁਰਾਂ ਦੀ ਜਿਹੜੀ ਮਹਿਮਾ ਹੈ ਉਹ ਮਾਲਤੀ ਦੇ ਫੁੱਲ ਹੁੰਦੇ ਆ ਜੀ ਜੰਗਲਾਂ 'ਚ। ਕਈ ਲਾਲ ਵੀ ਹੁੰਦੇ ਆ, ਕਿਤੇ ਚਿੱਟੇ ਵੀ ਹੁੰਦੇ ਆ। ਕਹਿੰਦੇ ਮਾਲਤੀ ਦੇ ਫੁੱਲਾਂ ਵਾਂਗੂ ਸਤਿਗੁਰਾਂ ਦੀ ਮਹਿਮਾ ਮੁਲਤਾਨ ਵਿੱਚ ਖਿੜੀ ਹੋਈ ਹੈ। ਵੱਡੇ ਵੱਡੇ ਪੀਰ ਪੈਗੰਬਰ ਮੁਲਤਾਨ ਦੇ ਹੋਏ ਨੇ। ਮੁਲਤਾਨੀ ਪੀਰ ਇਸਲਾਮ ਦਾ ਬਹੁਤ ਵੱਡਾ ਸੈਂਟਰ ਸੀ ਮੁਲਤਾਨ। ਕਹਿੰਦੇ ਉਸ ਇਲਾਕੇ ਵਿੱਚ ਵੀ ਸਤਿਗੁਰਾਂ ਦੀ ਮਹਿਮਾ ਮਾਲਤੀ ਦੇ ਫੁੱਲਾਂ ਵਰਗੀ ਹੈ। ਮੱਕੇ ਮੈਂ ਮੰਦਰ ਸੇ ਮਦੀਨੇ ਹੈ ਮੈਂ ਅੰਕ ਸਮ। ਮੱਕੇ ਦੇ ਵਿੱਚ ਮਦਾਰ ਨਾਮ ਹੈ ਕਲਪ ਬ੍ਰਿਸ਼ ਦਾ, ਉਹ ਵੀ ਸਫੇਦ ਰੰਗ ਦਾ ਹੈ। ਮੱਕੇ ਵਿੱਚ ਸਤਿਗੁਰਾਂ ਦੀ ਮਹਿਮਾ ਕਲਪ ਬ੍ਰਿਸ਼ ਵਰਗੀ ਹੈ। ਤੇ ਮਦੀਨਾ ਮੱਕੇ ਤੋਂ 60-70 ਕਿਲੋਮੀਟਰ ਦੂਰ ਪੈਂਦਾ ਹੈ, ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ। ਕਹਿੰਦੇ ਮਦੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਚੰਦਰਮਾ ਦੀ ਚਿੱਟੀ ਦੁਧੀਆ ਚਾਨਣੀ ਵਰਗੀ ਹੈ। ਗੁਰੂ ਸਾਹਿਬ ਜਦੋਂ ਮੱਕੇ ਗਏ ਉਸ ਤੋਂ ਬਾਅਦ ਮਦੀਨੇ ਵੀ ਗਏ ਆ। ਇਹ ਉਹ ਥਾਂ ਏ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਨੇ ਝੁਕ ਕੇ ਮਰਜ ਦੇ ਚਰਨਾਂ 'ਤੇ ਦੁਆ ਕੀਤੀ, ਸਲਾਮ ਕੀਤੀ। ਕਵੀ ਜੀ ਹਲਕੇ ਹਲਕੇ ਟੱਚ ਇਹਨਾਂ ਉਦਾਸੀਆਂ ਦੇ ਦੇ ਰਹੇ ਆ ਵੀ ਇੱਧਰ ਇੱਧਰ ਸਤਿਗੁਰਾਂ ਜਾਣਾ ਹੈ। ਇਹਨਾਂ ਇਲਾਕਿਆਂ ਵਿੱਚ ਸਤਿਗੁਰਾਂ ਦੀ ਮਹਿਮਾ ਕਲਪ ਬ੍ਰਿਸ਼, ਜੋ ਸਵਰਗਾਂ ਦਾ ਇੱਕ ਰੁੱਖ ਹੈ ਜਿਹਦੇ ਹੇਠਾਂ ਖੜਿਆਂ ਮੰਨਿਆ ਜਾਂਦਾ ਵੀ ਹਰ ਵਿਸ਼ ਪੂਰੀ ਹੁੰਦੀ ਹੈ। ਉਹ ਰੁੱਖ ਦਾ ਰੰਗ ਰੂਪ ਸਫੇਦ ਹੈ
ਤੇ ਚੰਦਰਮਾ ਦੀ ਚਾਂਦਨੀ ਦਾ ਰੰਗ ਕਿਹੜਾ ਜੀ? ਜਦੋਂ ਰਾਤ ਨੂੰ ਪੂਰਨਮਾਸ਼ੀ ਦਾ ਦਿਨ ਹੋਵੇ ਬਿਲਕੁਲ ਸਫੇਦ ਜਿਹਾ ਲੱਗਦਾ, ਸੋਹਣਾ ਸੋਹਣਾ। ਕਹਿੰਦੇ ਚੰਦ ਵਰਗੀ ਚਾਨਣੀ ਮਦੀਨੇ ਵਿੱਚ ਫੈਲੀ ਹੈ। ਉੱਥੇ ਵੀ ਸਤਿਗੁਰਾਂ ਦੀ ਮਹਿਮਾ ਤੋਂ ਕੋਈ ਅਣਜਾਣ ਨਹੀਂ। ਕੰਬ ਜੈਸੀ ਕਾਸ਼ਮੀਰ ਭਲੀ ਭਾਂਤ ਝੂਲੀਆ। ਆ ਕਸ਼ਮੀਰ ਦਾ ਇਲਾਕਾ, ਆਜ਼ਾਦ ਕਸ਼ਮੀਰ। ਚਲੋ ਅੱਜ ਤੇ ਦੋ ਹਿੱਸੇ ਆ ਨਾ, ਅੱਧਾ ਕਸ਼ਮੀਰ ਪਾਕਿਸਤਾਨ 'ਚ ਹੈ, ਅੱਧਾ ਸਾਡੇ ਇਸ ਦੇਸ਼ ਵਿੱਚ ਹੈ, ਭਾਰਤ ਵਿੱਚ ਹੈ। ਉਦੋਂ ਕਸ਼ਮੀਰ ਇੱਕ ਵੱਡਾ ਦੇਸ਼ ਹੁੰਦਾ ਸੀ। ਕਹਿੰਦੇ ਕਸ਼ਮੀਰ, ਇਹਦੇ ਵਿੱਚ ਗੁਰੂ ਸਾਹਿਬ ਦੀ ਮਹਿਮਾ ਸੰਖ ਵਰਗੀ ਆ। ਸੰਖ ਸਫੇਦ ਹੁੰਦਾ ਚਿੱਟੇ ਰੰਗ ਦਾ, ਤੇ ਕਸ਼ਮੀਰ ਦੀਆਂ ਆਬਾਦੀਆਂ ਸਫੇਦ ਨੇ, ਚਿੱਟੀਆਂ ਨੇ। ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਸੰਖ ਵਾਂਗ ਗੂੰਜਦੀ ਹੈ। ਕਸ਼ਮੀਰੀ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਯਾਦ ਕਰਦੇ ਆ, ਚੇਤੇ ਕਰਦੇ ਆ। ਸਤਿਗੁਰਾਂ ਦੇ ਅਸਥਾਨ ਬਣੇ ਆ ਕਸ਼ਮੀਰ ਵਿੱਚ। ਕਹਿੰਦੇ ਸੰਖ ਵਰਗੀ ਸਫੇਦ ਮਹਿਮਾ ਕਸ਼ਮੀਰ ਦੀਆਂ ਵਾਦੀਆਂ ਵਿੱਚ ਹੈ। ਪਾਰਦਸੀ ਬਗਦਾਦ ਨਾਰਦ ਸੀ ਪਖਰਾਦ। ਕਹਿੰਦੇ ਪਖਰਾਦ ਵਿੱਚ ਨਾਰਦ ਵਰਗੀ ਮਹਿਮਾ। ਨਾਰਦ ਜੀ ਸਫੇਦ ਰੰਗ ਦੇ ਆ ਦੇਵਤਿਆਂ ਦੇ ਵਿੱਚੋਂ। ਤੇ ਬਗਦਾਦ, ਬਗਦਾਦ ਇੱਕ ਇਲਾਕਾ ਹੈ ਇਸਲਾਮ ਦਾ। ਕਹਿੰਦੇ ਉਸ ਬਗਦਾਦ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਹਿਮਾ ਏ ਉਹ ਪਾਰੇ ਵਰਗੀ, ਪਾਰਾ ਜੋ ਥਰਮਾਮੀਟਰ ਵਿੱਚ ਹੁੰਦਾ ਹੈ, ਸਫੇਦ ਰੰਗ ਦਾ। ਇਹ ਉਹੀ ਬਗਦਾਦ ਆ ਜਿੱਥੇ ਮਰਜ ਤੇ ਪੱਥਰਾਂ ਦੀ ਬਾਰਿਸ਼ ਹੋਈ ਸੀ, ਜਿੱਥੇ ਸਤਿਗੁਰਾਂ ਨੂੰ ਮਾਰਨ ਨੂੰ ਪੈ ਗਏ ਸੀ, ਜਿੱਥੇ ਪੀਰਾਂ ਨਾਲ ਗੁਰੂ ਸਾਹਿਬ ਨੇ ਚਰਚਾ ਕਰਨੀ ਹੈ। ਉਹ ਕਈ ਤਰ੍ਹਾਂ ਦੇ ਪੀਰ ਆਏ ਉੱਥੇ, ਵੱਡੇ ਵੱਡੇ ਕਹਿੰਦੇ ਕਹਾਉਂਦੇ। ਕਹਿੰਦੇ ਉਸ ਬਗਦਾਦ ਵਿੱਚ ਸਤਿਗੁਰਾਂ ਦੀ ਮਹਿਮਾ ਪਾਰੇ ਵਾਂਗ ਫੈਲੀ। ਪਾਰੇ ਦਾ ਗੁਣ ਉਹ ਕਿਤੇ ਟਿਕਦਾ ਨਹੀਂ। ਇੱਕ ਡ੍ਰੌਪ ਹੱਥ ਤੇ ਰੱਖੋ ਤੇ ਅੰਗੂਠੇ ਨਾਲ ਦੱਬੋ, ਕਈ ਡ੍ਰੌਪਸ ਬਣ ਜਾਂਦੀਆਂ ਨੇ, ਕਈ ਬੂੰਦਾਂ ਬਣਦੀਆਂ। ਬਗਦਾਦ ਵਿੱਚ ਸਤਿਗੁਰਾਂ ਦੀ ਮਹਿਮਾ ਪਾਰੇ ਵਾਂਗ ਖਿੰਡ ਗਈ ਹੈ। ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਕੁੱਲੀਆ। ਹੁਣ ਗੰਗਾ ਦੇ ਕਿਨਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੀਆਂ ਥਾਵਾਂ ਤੇ ਗਏ ਜੀ। ਉਹ ਕਿੰਨੀਆਂ ਥਾਵਾਂ ਨੇ ਜਿਹੜੀਆਂ ਅੱਜ ਬੜਿਆਂ ਲੋਕਾਂ ਨੇ ਖੁਰਦ-ਬੁਰਦ ਕਰਤੀਆਂ ਜੀ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਪਹਿਲਾਂ ਸੰਗਤਾਂ ਦਰਸ਼ਨ ਕਰਦੀਆਂ ਸੀ, ਅੱਜ ਢਾਹ ਕੇ ਮੰਦਿਰ ਬਣਾਤਾ ਗਿਆ। ਸਿੱਖਾਂ ਨੇ ਘੁੰਗਣੀਆਂ ਪਾਈਆਂ, ਚੁੱਪ ਚਪੀਤੇ ਬੈਠੇ। ਸਾਨੂੰ ਕੀ ਹੈ, ਅਸੀਂ ਕੀ ਲੈਣਾ ਹੈ? ਕਿਉਂਕਿ ਸਾਨੂੰ ਤੇ ਮੱਥਾ ਟੇਕਣ ਤੱਕ ਮਤਲਬ ਹੁੰਦਾ, ਚਾਹੇ ਕੋਈ ਮੰਦਿਰ ਬਣਾਵੇ, ਚਾਹੇ ਕੋਈ ਮਸਜਿਦ ਬਣਾਵੇ, ਅਸੀਂ ਕੀ ਲੈਣਾ ਹੈ? ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੀ ਧਰਤੀ ਤੇ ਬਣਿਆ ਸੀ, ਢਾਹ ਦਿੱਤਾ ਗਿਆ। ਸਿਰਫ ਇੱਕ ਤਸਵੀਰ ਰਹਿ ਗਈ। ਹੌਲੀ ਹੌਲੀ ਬੜਾ ਕੁਝ ਖਤਮ ਕੀਤਾ ਜਾਣਾ ਹੈ। ਕਹਿੰਦੇ ਗੰਗਾ ਦਾ ਕਿਨਾਰਾ ਬਿਲਕੁਲ ਸਫੇਦ, ਕਿਉਂਕਿ ਜਿੱਥੇ ਗੰਗਾ ਦੇ ਬਹਿਣ ਪਹਾੜਾਂ ਤੋਂ ਡਿੱਗਦੇ ਆ ਨਾ, ਉਹ ਝਰਨੇ ਦੁੱਧ ਵਰਗੇ ਚਿੱਟੇ ਸਫੇਦ ਹੁੰਦੇ ਆ। ਸਿੱਕਮ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਗੁਰਦੁਆਰਾ ਡਾਂਗਮਾਰ ਸਾਹਿਬ। ਉਹ ਸਾਰੇ ਸਿੱਕਮ ਵਿੱਚ ਅੱਜ ਵੀ ਬਰਫਾਂ ਜਮੀਆਂ ਨੇ। ਸਿਰਫ ਇੱਕੋ ਇੱਕ ਲੇਕ ਹੈ, ਇੱਕੋ ਇੱਕ ਝੀਲ ਹੈ ਜਿੱਥੇ ਗੁਰੂ ਬਾਬੇ ਨੇ ਸੋਟਾ ਮਾਰਿਆ। ਅੱਜ ਤੱਕ ਉਹ ਝੀਲ ਨਹੀਂ ਜਮੀ, ਤੇ ਸਿੱਕਮ ਦੇ ਲੋਕ ਪਾਣੀ ਭਰਦੇ ਆ, ਵਰਤਦੇ ਆ ਪਾਣੀ। ਉੱਥੇ ਕਹਿੰਦੇ ਬਾਬਾ ਡਾਂਗ ਮਾਰ ਹੈ, ਨਾਮ ਰੱਖਿਆ ਉਹਨਾਂ ਨੇ। ਉਹ ਪੂਜਦੇ ਆ, ਪੂਜਾ ਕਰਦੇ ਮੂਰਤੀ ਬਣਾ ਕੇ। ਤੇ ਸਾਡੇ ਵਾਲਾ ਲਾਣਾ ਕਹਿੰਦਾ ਲੈ ਬਾਬਾ ਨਾਨਕ ਸਾਡੇ ਵਰਗਾ ਹੀ ਸੀ, ਆਖੋ ਸਤਿਨਾਮ। ਇਹਨਾਂ ਦੇ ਪੱਲੇ ਕੱਖ ਨਹੀਂ। ਇਹ ਜਿੰਨੀ ਗੁਰੂ ਦੀ ਨਿੰਦਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੇ ਆ, ਉਨੀ ਤੇ ਕਿਸੇ ਹੋਰ ਧਰਤੀ ਤੇ ਨਹੀਂ ਹੁੰਦੀ। ਕਹਿੰਦੇ ਗੰਗਾ ਦੀਆਂ ਲਹਿਰਾਂ ਵਾਂਗ ਸਤਿਗੁਰਾਂ ਦੀ ਮਹਿਮਾ ਬੜੀ ਸਫੇਦ ਹੋ ਕੇ ਝੱਗ ਵਾਂਗ ਫੈਲਦੀ ਹੈ। ਚੋਰ ਜੈਸੀ ਚਾਰੋਂ ਦਿਸ ਸੋਹੇ ਸਭ ਸੀਸ ਪਰ। ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਵਿੱਚ ਸਤਿਗੁਰਾਂ ਦੀ ਮਹਿਮਾ ਇਦਾਂ ਏ। ਸਤਿਗੁਰਾਂ ਦੀ ਸਿਫਤ ਇਸ ਤਰ੍ਹਾਂ ਏ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੀਸ ਉੱਤੇ ਚਿੱਟਾ ਚੌਰ ਢੁੱਲਦਾ ਹੈ ਚਾਰੇ ਦਿਸ਼ਾਵਾਂ ਵਿੱਚ। ਕਹਿੰਦੇ ਸਤਿਗੁਰਾਂ ਦੀ ਮਹਿਮਾ ਸਿਫਤ ਇਦਾਂ ਫੈਲੀ ਹੈ। ਕਿੱਥੇ ਕਿੱਥੇ ਨਿੰਦਕ ਜ਼ੋਰ ਲਾਣਗੇ, ਕਿੱਥੇ ਕਿੱਥੇ ਜਾ ਕੇ ਭਾਈ ਹੰਦਾਲ ਨੂੰ ਫਿੱਟ ਕਰਨਗੇ, ਕਬੀਰ ਪੰਥੀਏ ਫਿੱਟ ਕਰਨਗੇ। ਜਦੋਂ ਉਹਨਾਂ ਸਥਾਨਾਂ ਤੇ ਜਾ ਕੇ ਪਤਾ ਲੱਗਦਾ, ਇਤਿਹਾਸ ਪੜ੍ਹਦੇ ਆ, ਪਤਾ ਲੱਗਦਾ ਇੱਥੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੱਥਰ ਨੂੰ ਪੰਜਾ ਲਾਇਆ। 7 ਦੀਪਾਂ ਦੇ ਵਿੱਚ, ਜਿਨ੍ਹਾਂ ਵਿੱਚੋਂ ਮਾਲਦੀਪ, ਅੰਡੇਮਾਨ, ਨਿਕੋਬਾਰ, ਇੱਦਾਂ ਦੇ 7 ਦੀਪ ਨੇ ਜਿਹੜੇ ਨਾ, ਕਹਿੰਦੀ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਮਹਿਮਾ ਹੈ ਉਹ ਹੰਸਾਂ ਵਾਂਗ ਸਫੇਦ ਹੈ। ਹੰਸ ਦੀਪਾਂ ਦਾ ਜ਼ਿਕਰ ਕਿਉਂ ਕੀਤਾ? ਦੇਖੋ ਕਿੱਡੀ ਵੱਡੀ ਕਵਿਤਾ ਉਹਨਾਂ ਦੀ, ਕਵੀ ਦਾ ਰਾਜ ਕਿੰਨਾ ਵੱਡਾ ਹੈ। ਕਿਉਂਕਿ ਹੰਸ ਇੱਕ ਥਾਂ ਤੋਂ ਉਡਾਰੀ ਭਰਿਆ ਦੂਜੇ ਦੇਸ਼ ਤੱਕ ਚਲੇ ਜਾਂਦੇ ਉੱਡ ਕੇ। ਕਹਿੰਦੇ ਸਤਿਗੁਰਾਂ ਦੀ ਮਹਿਮਾ ਦੀਪ ਟੂ ਡੀਪ ਕਾਉਂਟੀਨੈਂਟ ਉਹਨਾਂ ਤੱਕ ਵੀ ਪਹੁੰਚੀ। ਇੱਕ ਇੱਕ ਮਾਲਦੀਪ ਤੋਂ ਲੈ ਕੇ ਵੱਡੇ ਵੱਡੇ ਦੀਪਾਂ ਤੇ ਸਤਿਗੁਰ ਗਏ। ਉਹ ਕਿਹੜੇ ਆਈਸਲੈਂਡ ਨੇ, ਆਇਰਲੈਂਡ ਨੇ, ਜਿੱਥੇ ਗੁਰੂ ਸਾਹਿਬ ਨਹੀਂ ਗਏ ਅਜੇ ਤੱਕ। ਤੇ ਬੜਾ ਕੁਝ ਐਸਾ ਏ ਜੋ ਵਿਗਿਆਨ ਧਰਤੀ ਤੇ ਨਹੀਂ ਲੱਭ ਸਕਿਆ।
ਅੱਜ ਤੱਕ ਨਵੇਂ ਆਇਰਲੈਂਡ ਲੱਭੇ ਜਾਂਦੇ, ਨਵੇਂ ਆਈਸਲੈਂਡ ਖੋਜੇ ਜਾਂਦੇ ਆ ਵੀ ਫਲਾਣੇ ਸਮੁੰਦਰ ਦੇ ਵਿੱਚ ਪੈਸੀਫਿਕ ਵਿੱਚ ਫਲਾਣਾ ਆਇਰਲੈਂਡ ਲੱਭ ਗਿਆ ਜੀ, ਨਵੀਂ ਧਰਤੀ ਲੱਭ ਗਈ, ਉੱਥੇ ਇੰਨਾ ਕੁ ਦੇਸ਼ ਬਣ ਜੂਗਾ, ਫਲਾਣਾ ਹੋ ਜੂਗਾ। ਚੱਲਦਾ ਨਾ, ਲੱਭਦਾ ਨਾ। ਪਰ ਗੁਰੂ ਬਾਬੇ ਨੇ ਕਿੱਥੇ ਕਿੱਥੇ ਚਰਨ ਪਾਏ ਨੇ। ਇੱਥੇ ਤੱਕ ਪਹੁੰਚਣਾ ਸਾਡੀ ਸੋਚ ਵੀ ਨਹੀਂ। ਅਮਲ ਕਮਲ ਜੈਸੀ ਕਾਂਸ਼ੀ ਮੈਂ ਬਿਰਾਜਮਾਨ। ਅਮਲ ਕੰਬਲ ਜੈਸੀ ਕਾਂਸ਼ੀ ਮੈਂ ਬਿਰਾਜਮਾਨ। ਆ ਕਾਂਸ਼ੀ, ਜਿਹਨੂੰ ਕਾਂਸ਼ੀ ਕਹਿੰਦੇ ਆ ਸਨਾਤਨ ਮਤ ਦੇ ਲੋਕ, ਅੱਜ ਵਾਰਾਣਸੀ ਕਹਿ ਦਿੱਤਾ ਜਾਂਦਾ, ਬਨਾਰਸ ਕਿਹਾ ਜਾਂਦਾ ਹੈ। ਕਹਿੰਦੇ ਕਵਲ ਦੇ ਸਫੇਦ ਫੁੱਲਾਂ ਵਰਗੀ ਮਹਿਮਾ ਉੱਥੇ ਹੈ। ਤੁਸੀਂ ਕਹੋਗੇ ਜੀ ਕਵਲ ਫੁੱਲ ਦਾ ਰੰਗ ਤੇ ਰੋਜ਼ ਵਰਗਾ ਰੈੱਡ ਹੁੰਦਾ, ਪਿੰਕ ਵੀ ਹੁੰਦਾ ਏ, ਆ ਸਫੇਦ ਕਿਹੜਾ? ਕਵਲ ਦੇ ਜਿਹੜੇ ਸਫੇਦ ਫੁੱਲ ਨੇ ਉਹ ਬੜੇ ਮਹਿੰਗੇ ਹੁੰਦੇ ਆ। ਜਿਵੇਂ ਕਮੀਆਂ ਸਫੇਦ ਰੰਗ ਦੀਆਂ ਚਟੀਆਂ ਹੁੰਦੀਆਂ ਨਾ, ਤੇ ਇਹ ਜ਼ਿਆਦਾਤਰ ਬਿਹਾਰ, ਕਾਂਸ਼ੀ, ਯੂਪੀ ਦਾ ਜਿਹੜਾ ਇਲਾਕਾ ਏ, ਇਸ ਇਲਾਕੇ ਵਿੱਚ ਕਵਲ ਦੀ ਇੱਕ ਪ੍ਰਜਾਤੀ ਪਾਈ ਜਾਂਦੀ ਆ, ਉਹਨੂੰ ਕਮੀਆਂ ਕਹਿੰਦੇ ਆ। ਤੁਸੀਂ ਪਟਨਾ ਸਾਹਿਬ ਜਾਓਗੇ, ਤੁਹਾਨੂੰ ਰਸਤੇ ਵਿੱਚ ਟ੍ਰੇਨ 'ਚ ਜਾਂਦੇ ਆ, ਛੋਟੇ ਛੋਟੇ ਛੱਪੜਾਂ ਦੇ ਵਿੱਚ ਚਿੱਟੇ ਫੁੱਲ ਖਿੜੇ ਲੱਭਣਗੇ, ਉਹ ਕਮਲ ਦੀਆਂ ਕਮਲੀਆਂ ਨੇ, ਜਿਨ੍ਹਾਂ ਦੀ ਮਹਿਮਾ ਕਰਦੇ ਹੋਏ ਕਵੀ ਲਿਖਦੇ ਨੇ। ਕਹਿੰਦੇ ਕਾਂਸ਼ੀ ਵਿੱਚ ਵੀ ਸਤਿਗੁਰਾਂ ਦੀ ਮਹਿਮਾ ਐਸੀ ਸੀ, ਵੱਡੇ ਵੱਡੇ ਪੰਡਤ ਧਨੰਤਰ ਕਹਿੰਦੇ ਕਹਾਉਂਦੇ ਚਰਨੀ ਹੱਥ ਲਾਉਂਦੇ ਸੀ। ਸੁਦਾ ਸਮ ਸੁਦਾ ਸਰ ਦਿੱਲੀ ਦੂਧ ਸੋਹੀਏ। ਸੁਦਾ ਸਮ ਸੁਦਾ ਸਰ, ਸੁਦਾ ਸਰ ਨਾਮ ਹੈ ਅੰਮ੍ਰਿਤਸਰ ਦਾ, ਤੇ ਸੁਦਾ ਨਾਮ ਹੈ ਅੰਮ੍ਰਿਤ ਦਾ। ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਅੰਮ੍ਰਿਤ ਵਰਗੀ ਹੈ। ਅੰਮ੍ਰਿਤ ਵਰਗੀ ਕਿਉਂ? ਸਭ ਤੋਂ ਪਹਿਲਾਂ ਅੰਮ੍ਰਿਤਸਰ ਤੀਰਥ, ਜਿੱਥੇ ਬੇਰ ਬਾਬਾ ਬੁੱਢਾ ਜੀ ਬਣੀ ਹੈ ਨਾ, ਇਹ ਤੇ ਚਲੋ ਮਸੰਦਾਂ ਨੇ ਉਹ ਥਾਵਾਂ ਹੀ ਖਤਮ ਕਰਤੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਬੈਠੇ ਸੀ ਇੱਥੇ, ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਸੀ, ਪਹਿਲੀ ਪਾਤਸ਼ਾਹੀ ਨੇ ਚਰਨ ਪਾਈ ਤੇ ਫਿਰ ਇਹ ਤੀਰਥ ਪ੍ਰਗਟ ਹੋਇਆ ਆਉਣ ਵਾਲੇ ਸਮੇਂ ਵਿੱਚ। ਕਹਿੰਦੇ ਸੁਦਾਸਰ ਅੰਮ੍ਰਿਤਸਰ ਦੀ ਅੰਮ੍ਰਿਤ ਵਰਗੀ ਧਰਤੀ ਤੇ ਅੰਮ੍ਰਿਤ ਜੈਸੀ ਸਿਫਤ ਹੈ। ਫਿਰ ਅੱਗੇ ਦਿੱਲੀ ਸ਼ਹਿਰ, ਦਿੱਲੀ ਕੀ ਦਿਲਵਾਲੀ ਤੇਰੀ ਆਗਿਆ ਮੇਂ ਚਲਤ ਹੈ, ਦਸ਼ਮੇਸ਼ ਪਿਤਾ ਕਹਿੰਦੇ ਆ। ਕਹਿੰਦੇ ਦਿੱਲੀ ਸ਼ਹਿਰ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੁੱਧ ਵਰਗੀ ਹੈ। ਦੁੱਧ ਸਾਹਿਬ, ਦੁੱਧ ਵਰਗੀ ਕਿਉਂ? ਇਹ ਉਹੀ ਥਾਂ ਏ ਗੁਰਦੁਆਰਾ ਮਜਨੂ ਕਾ ਟਿੱਲਾ ਸਾਹਿਬ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਹਾਬਤ ਦਾ ਮਰਿਆ ਹਾਥੀ ਜਿਉਂਦਾ ਕੀਤਾ ਸੀ ਤੇ ਉਹਨੇ ਦੁੱਧ ਪਿਲਾਇਆ ਸੀ ਮਹਾਰਾਜ ਨੂੰ। ਕਹਿੰਦੇ ਦੁੱਧ ਵਰਗੀ ਮਹਿਮਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਦਿੱਲੀ ਸ਼ਹਿਰ ਵਿੱਚ ਹੈ। ਕਈ ਸਥਾਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਚਰਨ ਪਾਏ ਆ, ਕੁਛ ਪ੍ਰਗਟ ਨੇ, ਕੁਛ ਅਲੋਪ ਨੇ। ਕਹਿੰਦੇ ਦੁੱਧ ਵਰਗੀ ਚੱਟੀ ਮਹਿਮਾ ਗੁਰੂ ਨਾਨਕ ਪਾਤਸ਼ਾਹ ਦੀ ਦਿੱਲੀ ਦੇ ਲੋਕ ਗਾਉਂਦੇ ਨੇ। ਹੁਣ ਜੈਸੀ ਜੋਧਪੁਰ ਸ਼ੇਸ਼ ਸੀ ਸਮੇਰ ਪਰ। ਜੋਧਪੁਰ ਦੇ ਵਿੱਚ ਕਹਿੰਦੇ ਸ਼ੇਸ਼ ਸੀ ਸੁਮੇਰ ਸਮ, ਸੁਮੇਰ ਪਰਬਤ ਵਰਗੀ ਮਹਿਮਾ ਹੈ, ਕਿਉਂਕਿ ਜੋਧਪੁਰ ਸ਼ਹਿਰ ਰਾਜਸਥਾਨ ਦਾ ਉੱਚੀ ਥਾਂ ਤੇ ਬਣਿਆ ਸ਼ਹਿਰ ਹੈ। ਕਹਿੰਦੇ ਉੱਥੋਂ ਦੇ ਲੋਕਾਂ ਨੇ ਵੀ ਗਾਇਆ। ਕਿੰਨੇ ਸਥਾਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰਾਜਸਥਾਨ ਦੇ ਵਿੱਚ? ਕੁਛ ਪ੍ਰਗਟ ਨੇ, ਕੁਛ ਪ੍ਰਗਟ ਹੋ ਜਾਣਗੇ। ਗੁਰੂ ਸਾਹਿਬ ਨੇ ਤੇ ਛੱਟਾ ਦਿੱਤਾ ਹੈ ਨਾਮ ਦਾ, ਪਤਾ ਨਹੀਂ ਉਹ ਕਿਹੜੀਆਂ ਕਿਹੜੀਆਂ ਪਾਵਨ ਥਾਵਾਂ ਹੋਣਗੀਆਂ ਜਿੱਥੇ ਮਹਾਰਾਜ ਨੇ ਚਰਨ ਪਾਏ ਹੋਏ ਆ। ਅਜੇ ਸਿੱਖਾਂ ਨੂੰ ਆਪਸੀ ਡਾਂਗ ਸੋਟੇ ਤੋਂ ਵੇਲ ਮਿਲੇ ਤੇ ਖੋਜ ਕਰਨ। ਇਹਨਾਂ ਕੋਲ ਜੋ ਲਿਖਿਆ ਪਿਆ ਤੇ ਉਹ ਨਹੀਂ ਪੜ੍ਹ ਸਕਦੇ। ਸੱਚੀ ਦੱਸਿਓ ਜੀ, ਆ ਸਾਡੀਆਂ ਉਮਰਾਂ ਕਿੰਨੀਆਂ ਹੋ ਗਈਆਂ, ਕਦੇ ਅਸੀਂ ਦਸੇ ਸਤਿਗੁਰਾਂ ਦਾ ਇਤਿਹਾਸ ਪੜ੍ਹਿਆ? ਆਏ ਸੁਣਨ ਨੂੰ ਕੀ ਹੋ ਜਾਊਗਾ, ਜਿੱਥੇ ਮਰਜ਼ੀ ਟੀਵੀ ਤੇ ਸਾਰਾ ਕੁਛ ਹੀ ਆਈ ਜਾਂਦਾ ਹੈ। ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ ਲਈ, ਕੋਈ ਫਾਇਦਾ ਉਹਦਾ? ਜਦ ਤੱਕ ਪ੍ਰੋਪਰ ਨਹੀਂ ਸੁਣਦੇ ਜਾਂ ਪ੍ਰੋਪਰ ਪੜ੍ਹਦੇ ਨਹੀਂ, ਉਦੋਂ ਤੱਕ ਕੋਈ ਫਾਇਦਾ ਨਹੀਂ ਹੈ। ਤੇ ਭਾਗਾਂ ਵਾਲਿਓ ਆਪ ਜੀ ਸੁਣਦੇ ਆ ਰਹੇ ਹੋ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਐਸੀ ਮਹਿਮਾ ਹੈ ਜਿਹਨੂੰ ਜਾਣਨਾ ਹਰ ਇੱਕ ਦੇ ਵੱਸ ਦਾ ਕੰਮ ਨਹੀਂ। ਚੰਦਰਮਾ ਦੀ ਚਾਨਣੀ ਵਾਂਗ ਗੁਰੂ ਸਾਹਿਬ ਹਰ ਥਾਂ ਤੇ ਫੈਲੇ ਹੋਏ ਆ। ਕੋਈ ਕਿਸੇ ਨਾਮ ਨਾਲ ਪੁਕਾਰ ਲੈਂਦਾ, ਕੋਈ ਕਿਸੇ ਨਾਮ ਨਾਲ ਯਾਦ ਕਰ ਲੈਂਦਾ। ਰਾਜਸਥਾਨ ਦੀਆਂ ਕਿੰਨੀਆਂ ਬਰੂਹਾਂ ਨੇ ਜਿੱਥੇ ਮਰਦ ਨੇ ਆਪ ਚਰਨ ਪਾਏ ਆ। ਇਹੋ ਜਿਹੀਆਂ ਥਾਵਾਂ ਵੀ ਨੇ ਜਿੱਥੇ ਭਾਈ ਮਰਦਾਨੇ ਨੂੰ ਅੱਕ ਦੇ ਟਿੱਡੇ ਖਵਾਤੇ ਸੀ। ਉਹ ਕਿਹੜੀਆਂ ਥਾਵਾਂ ਨੇ? ਰਾਜਸਥਾਨ 'ਚ ਨੇ। ਉਹ ਥਾਵਾਂ ਵੀ ਅੱਜ ਪ੍ਰਗਟ ਹਨ। ਦੁਨੀਆ ਉਹਨਾਂ ਨੂੰ ਪੂਜਦੀ ਹੈ। ਚੰਦਨ ਸੀ ਚੀਨਿਓ ਮਚੀਨ ਮਾਹੀ ਜੋਹੀਏ। ਚੰਦਨ ਸੀ ਚੀਨ, ਚਾਈਨਾ ਦੇਸ਼। ਕਹਿੰਦੇ ਉਹ ਚੰਦਨ ਵਰਗੀ ਮਹਿਮਾ ਸਤਿਗੁਰਾਂ ਦੀ ਚਾਈਨਾ ਦੇ ਵਿੱਚ ਹੈ। ਜਿਹੜੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਰੱਬ ਮੰਨਦੇ ਆ, ਨਾਨਕਿਆਂਗ ਨਾਮ ਦਾ ਪਿੰਡ ਵਸਦਾ ਉੱਥੇ ਚਾਈਨਾ ਦੇ ਵਿੱਚ, ਪਰਬਤਾਂ ਤੇ। ਉਹਨਾਂ ਪਹਾੜਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਮੂਰਤਾਂ ਬਣਾ ਕੇ ਨਮਸਕਾਰਾਂ ਕਰਦੇ ਆ ਉਹ ਚੀਨ ਦੇ ਲੋਕ। ਚੀਨ ਮਚੀਨ, ਇਹ ਬਾਕੀ ਚੀਨ ਦਾ ਜਿਹੜਾ ਇਲਾਕਾ ਤਿੱਬਤ, ਸਿੱਕਮ, ਨੇੜੇ ਤੇੜੇ ਜੋ ਵੀ ਹੈ।
ਕਹਿੰਦੇ ਜਿੰਨਾ ਵੀ ਇਲਾਕਾ ਏ ਉੱਥੇ ਵੀ ਸਤਿਗੁਰਾਂ ਦੀ ਮਹਿਮਾ ਬੜੀ ਪਾਕ ਪਵਿੱਤਰ ਹੈ। ਉਹ ਲੋਕ ਵੀ ਸਤਿਗੁਰਾਂ ਨੂੰ ਪੂਜਦੇ ਆ ਕਿਉਂਕਿ ਮਰਦ ਜਾਂਦੇ ਰਹੇ ਆ। ਉਹ ਅਲੱਗ ਵਿਸ਼ਾ ਜੀ। ਹੁਣ ਥੋੜ੍ਹਾ ਜ਼ਮਾਨਾ ਮਾਡਰਨ ਹੋ ਗਿਆ। ਪੁਰਾਣੀਆਂ ਚੀਜ਼ਾਂ ਤੇ ਅਸੀਂ ਆਪਣੇ ਪੰਜਾਬ 'ਚ ਨਹੀਂ ਸੰਭਾਲ ਕੇ ਰੱਖੀਆਂ ਤੇ ਦੂਰੋਂ ਕਿੱਥੋਂ। ਸਾਡੇ ਕੋਲ ਸਾਡੇ ਪੁਰਾਣੇ ਇਤਿਹਾਸ ਖੁਰਦ ਬੁਰਦ ਹੁੰਦੇ ਜਾਂਦੇ ਆ ਕਿਉਂਕਿ ਅਵੇਸਲਾਪਣ ਹੈ। ਤੇ ਜਦੋਂ ਕਿਸੇ ਧਰਮ ਦਾ ਗੁਰੂ ਹੋਵੇ ਤੇ ਦੂਜੇ ਧਰਮ ਦੇ ਲੋਕਾਂ ਕੋਲ ਥੋੜ੍ਹਾ ਬਹੁਤਾ ਹੀ ਲਿਟਰੇਚਰ ਹੁੰਦਾ ਹੈ। ਅੱਜ ਬੜੇ ਧਾਰਮਿਕ ਗ੍ਰੰਥ ਐਸੇ ਨੇ, ਬੜੀਆਂ ਸਾਖੀਆਂ ਐਸੀਆਂ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਲਿਖੀਆਂ ਦੇਸ਼ਾਂ ਵਿਦੇਸ਼ਾਂ 'ਚ ਪਈਆਂ। ਕਹਿੰਦੇ ਚੀਨ ਵਰਗੇ ਲੋਕ ਦੇਸ਼ ਗੁਰੂ ਨਾਨਕ ਸਾਹਿਬ ਦੀ ਮਹਿਮਾ ਚੰਦਨ ਵਾਂਗ ਜਾਣਦੇ ਆ ਤੇ ਜਿਨ੍ਹਾਂ ਨੂੰ ਪਤਾ ਉਹ ਅੱਜ ਵੀ ਜਾਣਦੇ ਆ। ਬੜੇ ਚਾਈਨਾ ਦੇ ਲੋਕ ਚੀਨੇ ਸਿੱਖ ਬਣੇ ਹੋਏ ਆ, ਦਸਤਾਰਾਂ ਸਜਾਈਆਂ ਨੇ, ਬਾਣੀ ਪੜ੍ਹਦੇ ਆ। ਇਹ ਕਿਰਪਾ ਗੁਰੂ ਸਾਹਿਬ ਦੀ, ਗੁਰੂ ਨਾਨਕ ਪਾਤਸ਼ਾਹ ਦੀ। ਕਹਿੰਦੇ ਸਤਿਗੁਰਾਂ ਦੀ ਮਹਿਮਾ ਚਾਈਨਾ ਦੇ ਵਿੱਚ, ਚੀਨ ਦੇ ਵਿੱਚ ਸੁਗੰਧੀਆਂ ਵਰਗੀ ਹੈ, ਚੰਦਨ ਵਰਗੀ ਹੈ। नेपाल में निहक से कमाऊ में कपास से। ਕਹਿੰਦੇ ਰੋਮ ਦੇਸ਼ ਦੇ ਵਿੱਚ ਕਪਾਹ ਵਰਗੀ, ਕਾਟਨ ਵਰਗੀ ਮਹਿਮਾ ਕਿਉਂਕਿ ਉਹ ਵੀ ਚਿੱਟੀ ਹੈ। ਨੇਪਾਲ ਮੈਂ ਨਿਹਸ ਸੀ। ਨੇਪਾਲ ਦੇਸ਼ ਸਾਡੇ ਬਿਲਕੁਲ ਨਾਲ ਹੈ, ਬਿਹਾਰ ਦੇ ਨਾਲ ਬਾਰਡਰ ਲੱਗਦਾ, ਉੱਤਰਾਖੰਡ ਦਾ ਲੱਗਦਾ। ਨੇਪਾਲ ਦੇ ਵਿੱਚ ਹੀਰੇ ਨਿਕਲਦੇ ਆ। ਹੀਰਾ ਹੁੰਦਾ ਸਫੇਦ, ਹਸਸੀ ਦਾ ਨਾਮ ਹੈ ਹੀਰਾ। ਕਹਿੰਦੇ ਨੇਪਾਲ ਦੇ ਨੇਪਾਲੀ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਜਾਣਿਆ ਹੀਰੇ ਵਰਗੀ, ਵੀ ਹੀਰਾ ਮਹਿੰਗਾ ਏ, ਚਮਕਦਾ ਏ। ਮੈਂ ਜਦੋਂ ਪੜ੍ਹ ਰਿਹਾ ਸੀ ਨਾ ਬੜਾ ਹੈਰਾਨ ਸੀ ਵੀ ਧੰਨ ਹੈ ਕਵੀ ਸੰਤੋਖ ਸਿੰਘ। ਕੱਲੇ ਕੱਲੇ ਦੇਸ਼ ਵਿੱਚ ਉਹ ਚੀਜ਼ਾਂ ਜਿਹੜੀਆਂ ਫੇਮਸ ਨੇ ਨਾ ਜਿੱਥੋਂ ਦੀਆਂ, ਉਹਨਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ ਜ਼ਿਕਰ ਵੀ ਉਹ ਕੀਤਾ ਜੋ ਐਕਚੁਅਲ ਵਿੱਚ ਸੱਚ ਹੈ। ਐਵੇਂ ਨਹੀਂ ਛੱਡਿਆ। ਇੱਥੇ ਕੋਈ ਕਵੀ ਗੀਤ ਲਿਖਣ ਲੱਗ ਜੇ ਨਾ, ਕਾਲਪਨਿਕ ਚੀਜ਼ਾਂ ਆਪਣੇ ਕੋਲੋਂ ਲਿਖ ਦੂ। ਜਿਹਦੇ ਕੋਲ ਹੁੰਦਾ ਸਾਈਕਲ ਨਹੀਂ ਤੇ ਉਹ ਵੀ ਔਡੀ ਦੀਆਂ ਗੱਲਾਂ ਕਰਦਾ। ਅੱਜ ਕੱਲ੍ਹ ਦੇ ਕਲਾਕਾਰਾਂ ਦਾ ਹਾਲ ਇਹੀ ਹੈ ਨਾ, ਲਿਖਣ ਵਾਲਿਆਂ ਦਾ। ਵੱਡੇ ਵੱਡੇ ਬੰਗਲਿਆਂ ਦੀ ਗੱਲ ਕਰਨਗੇ ਤੇ ਆਪ ਕਿਰਾਏ ਤੇ ਰਹਿੰਦੇ ਆ। ਇਹ ਹਾਲ ਤਾਂ ਨਾ ਸੱਚ। ਪਰ ਕਵੀ ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੇ ਵਿੱਚ ਐਸਾ ਕੁਝ ਲਿਖ ਰਹੇ ਆ। ਇਹ ਛੰਦ ਦਾ ਨਾਮ ਹੀ ਸਫੇਦ ਛੰਦ ਹੈ ਕਵਿੱਤ ਦੇ ਵਿੱਚ। ਆ ਜਿੰਨੀਆਂ ਚੀਜ਼ਾਂ ਤੁਸੀਂ ਸੁਣੀਆਂ, ਪਾਰਾ ਹੋ ਗਿਆ, ਰੂਹ ਹੋ ਗਈ, ਹੀਰਾ ਹੋ ਗਿਆ, ਚੰਦਨ ਹੋ ਗਿਆ, ਸੰਖ ਹੋ ਗਿਆ, ਗਲੇਸ਼ੀਅਰ ਹੋ ਗਏ, ਗੰਗਾ ਦਾ ਪਾਣੀ ਹੋ ਗਿਆ, ਚੌਰ ਹੋ ਗਿਆ, ਇਹ ਸਭ ਚੀਜ਼ਾਂ ਹੀ ਤੇ ਸਫੇਦ ਨੇ, ਰੰਗ ਹੀ ਤੇ ਚਿੱਟੇ ਨੇ ਇਹਨਾਂ ਦੇ। ਕਹਿੰਦੇ ਹੀਰੇ ਵਰਗੀ ਮਹਿਮਾ ਨੇਪਾਲ ਵਿੱਚ ਸਤਿਗੁਰਾਂ ਦੀ ਜਾਣੀ ਜਾਂਦੀ ਹੈ। हिसार कोट हिम से ਸੁਖਾਦੇ ਅਵਰੋਹੀਏ। ਕਹਿੰਦੇ ਆ ਹਿਸਾਰ ਵਰਗੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਦੀ ਮਹਿਮਾ ਹਿਮ ਕਹੀਏ ਬਰਫ਼ ਵਰਗੀ ਹੈ। ਇੱਕ ਹਿਸਾਰ ਤੇ ਇੱਕ ਅੰਮ੍ਰਿਤਸਰ ਸਾਹਿਬ, ਦੋਨਾਂ ਦਾ ਅੱਜ ਵੀ ਭਾਰਤ ਵਿੱਚ ਟੈਂਪਰੇਚਰ ਅਲੱਗ-ਅਲੱਗ ਰਹਿੰਦਾ ਹੈ। ਕਈ ਵਾਰ ਨਾ ਅੰਮ੍ਰਿਤਸਰ ਦਾ ਇਲਾਕਾ ਬਹੁਤ ਠੰਡਾ ਹੁੰਦਾ ਏ, ਆਪਾਂ ਵੇਖਦੇ ਹਾਂ ਸਾਡੇ 32 ਹੋਊਗਾ, ਉੱਥੇ 28 ਹੁੰਦਾ ਟੈਂਪਰੇਚਰ। ਹਿਸਾਰ ਨੀਵਾਂ ਏ। ਇਸ ਕਰਕੇ ਕਵੀ ਕਹਿੰਦੇ ਹਿਸਾਰ ਵਰਗੇ ਇਲਾਕਿਆਂ ਦੇ ਵਿੱਚ ਹਿਮ ਠੰਡਕ ਹੈ। ਗੁਰੂ ਸਾਹਿਬ ਦੀ ਹਿਮ ਨਾਮ ਹੈ ਬਰਫ਼ ਦਾ। ਕਹਿੰਦੇ ਬਰਫ਼ ਵਰਗੀ ਮਹਿਮਾ ਸਤਿਗੁਰਾਂ ਦੀ ਉਸ ਪਾਸੇ ਹੈ ਕਿਉਂਕਿ ਪਾਤਸ਼ਾਹ ਉਸ ਪਾਸੇ ਗਏ, ਬੜਿਆਂ ਦਾ ਉਧਾਰ ਕੀਤਾ। ਹਿਸਾਰ ਦੇ ਇਲਾਕੇ 'ਚ ਗੁਰੂ ਤੇਗ ਬਹਾਦਰ ਸਾਹਿਬ ਮਰਜ ਗਏ, ਬਾਂਗਰ ਹੁੰਦਿਆਂ ਜਦੋਂ ਦਿੱਲੀ ਨੂੰ ਗਏ ਆ, ਆਗਰੇ ਨੂੰ ਗਏ ਆ। ਬੜੇ ਪਿਆਰ ਵਿੱਚ ਕਵੀ ਲਿਖਦੇ ਆ। ਇਹ ਸਿਰਫ ਉਹਨਾਂ ਨੇ ਏਸ਼ੀਆ ਦੇ ਛੋਟੇ ਛੋਟੇ ਸ਼ਹਿਰਾਂ ਦਾ ਜ਼ਿਕਰ ਕੀਤਾ। ਬੇਸ਼ੱਕ ਉਹਨਾਂ ਨੇ ਬਗਦਾਦ ਤੱਕ ਦੀ ਫੇਰੀ ਲਾਤੀ, ਕਾਬਲ ਕੰਧਾਰ ਤੱਕ ਦਾ ਸਭ ਗਿਣਤਾ, ਇੱਧਰ ਨੇਪਾਲ ਚਾਈਨਾ ਤੱਕ ਲੈ ਆਏ। ਪਰ ਇਹਦੇ ਵਿੱਚ ਬੜੇ ਪਿਆਰ 'ਚ ਗੁਰੂ ਸਾਹਿਬ ਦੀ ਸਿਫਤ ਕਰਦੇ ਆ। ਕਹਿੰਦੇ ਐਡਾ ਵੱਡਾ ਮੇਰਾ ਸਤਿਗੁਰੂ ਗੁਰੂ ਨਾਨਕ, ਇੰਨੀ ਵੱਡੀ ਮਹਿਮਾ, ਚਾਰ ਨਿੰਦਕ ਇਕੱਠੇ ਹੋ ਕੇ ਆਖਣ ਵੀ ਗੁਰੂ ਨਾਨਕ ਸਾਹਿਬ ਮਰਜ ਸਾਡੇ ਵਰਗੇ ਸੀ। ਕਾਵਾਂ ਦੇ ਬੋਲਿਆਂ ਤੇ ਕਦੇ ਮਕਾਨ ਆਪਣੇ ਨਹੀਂ ਬਣਦੇ, ਆਖੋ ਸਤਨਾਮ। ਜੇ ਚਾਰ ਨਿੰਦਕ ਖੜੇ ਹੋ ਕੇ ਕਹਿਣਗੇ ਨਾ ਵੀ ਸਿੱਖ ਧਰਮ ਇੱਦਾਂ ਏ, ਸਿੱਖ ਧਰਮ ਇੱਦਾਂ, ਕੋਈ ਫਰਕ ਪੈਂਦਾ? ਬੰਦਗੀ ਵਾਲਿਆਂ ਬੰਦਗੀ ਕਰੀ ਜਾਣੀ, ਨਾਮ ਜਪਣ ਵਾਲਿਆਂ ਨਾਮ ਜਪਣਾ, ਸੇਵਾ ਵਾਲਿਆਂ ਸੇਵਾ ਕਰਨੀ ਹੈ, ਤੇ ਭੌਂਕਣ ਵਾਲਿਆਂ ਭੌਂਕੀ ਵੀ ਜਾਣਾ ਹੈ। ਕੀ ਫਰਕ ਪੈਂਦਾ ਹੈ? ਫਰਕ ਉਹਨਾਂ ਨੂੰ ਪੈਂਦਾ ਹੈ ਜਿਹਦੇ ਅੰਦਰ ਨਾਸਤਿਕਤਾ ਸੀ, ਉਹਨੇ ਨਾਸਤਿਕ ਨੂੰ ਸੁਣਿਆ, ਉਹਦੇ ਕੋਲ ਹੋਏਗਾ ਕੀ ਨਾਸਤਿਕ ਦੀਆਂ ਗੱਲਾਂ। ਅੱਜ ਬੜੇ ਨਾਸਤਿਕ ਤੁਹਾਨੂੰ ਮਿਲ ਜਾਣਗੇ, ਉਹ ਪਖੰਡੀਆਂ ਦੇ ਪਿੱਛੇ, ਸ਼ਰਾਰਤੀ ਲੋਕਾਂ ਪਿੱਛੇ ਲੱਗੇ। ਉਹਨਾਂ ਦਾ WhatsApp ਚੈੱਕ ਕਰਕੇ ਵੇਖੋ, Facebook ਵੇਖ ਲਓ, ਬਸ ਉਹਨਾਂ ਕੋਲੋਂ ਨਿੰਦਕ ਲੋਕਾਂ ਦੀ ਉਹ ਵੀਡੀਓ ਚੱਲਦੀ ਰਹਿਣੀ ਹੈ। ਉਹਨਾਂ ਕੋਲ ਕੋਈ ਰੱਬ ਦੀ ਗੱਲ ਨਹੀਂ ਹੈ। ਚਾਹੇ ਸ਼ਹੀਦੀ ਦਿਹਾੜਾ ਹੋਵੇ, ਚਾਹੇ ਗੁਰਪੁਰਬ ਹੋਵੇ, ਚਾਹੇ ਨਗਰ ਕੀਰਤਨ ਹੋਵੇ, ਉਹਨਾਂ ਬਸ ਨਿੰਦਕਾਂ ਨੂੰ ਪ੍ਰਮੋਟ ਕਰਨਾ। ਕਿਉਂ? ਕਿਉਂਕਿ ਜੀਵਨ ਵਿੱਚ ਨਿੰਦਿਆ ਦਾ ਤਲ ਵੱਡਾ ਹੈ। ਪਰ ਇਸ ਨਿੰਦਿਆ ਨਾਲ ਕੋਈ ਫਰਕ ਨਹੀਂ। ਜਿੱਤੇ ਹਿੰਦਾਲ ਦੇ ਵੱਡਿਆਂ ਨੇ ਛੋਟਿਆਂ ਨੇ ਜ਼ੋਰ ਲਾ ਲਿਆ।
ਕਬੀਰ ਪੰਥੀਆਂ ਨੇ ਜ਼ੋਰ ਲਾਇਆ। ਅੱਜ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਤੇ ਸਾਖੀ ਦੁਨੀਆ ਵਿੱਚ ਹੀ ਉੱਤਮ ਹੈ। ਆਠੋ ਡਿਗ ਪਾਲਨ ਕੇ ਦਸਨ ਪੈ ਜਾਏ ਟਿਕੀ। ਦਸੇ ਦਿਸ਼ਾਵਾਂ ਇਸ ਧਰਤੀ ਦੀਆਂ ਪ੍ਰਿਥਵੀ ਦੀਆਂ 10 ਦਿਸ਼ਾਵਾਂ ਨੇ। ਆਪਾਂ ਤੇ 4 ਮੰਨਦੇ ਆ, ਪਰ ਧਰਮ ਸ਼ਾਸਤਰਾਂ ਨੇ 10 ਮੰਨੀਆਂ। ਧਰਤੀ ਅਸਮਾਨ 2, 4 ਦਿਸ਼ਾਵਾਂ ਆਸੇ ਪਾਸੇ ਦੀਆਂ ਤੇ 4 ਇਹਨਾਂ ਦੇ ਕਾਰਨਰ, ਇਹ ਦਿਸ਼ਾਵਾਂ ਨੇ। ਕਹਿੰਦੇ ਸਾਰਿਆਂ ਵਿੱਚ ਦਿੱਗ ਪਾਲਨ ਮੰਨਿਆ ਜਾਂਦਾ। ਸਨਾਤਨ ਮਤ ਵਿੱਚ ਵੀ ਹਾਥੀ ਦਿੱਗ ਨਾਮ ਹੈ ਹਾਥੀ ਦਾ, ਪਾਲ ਨਾਮ ਦਿਸ਼ਾ ਦਾ ਹੈ। ਕਹਿੰਦੇ 8 10 ਦਿਸ਼ਾਵਾਂ ਦੇ ਹਾਥੀ ਮੰਨੇ ਜਾਂਦੇ, ਜ਼ਿੰਮੇਵਾਰੀਆਂ ਮੰਨੀਆਂ ਜਾਂਦੀਆਂ। ਗੁਰੂ ਨਾਨਕ ਸਾਹਿਬ ਦੀ ਮਹਿਮਾ ਪੂਰੇ ਬ੍ਰਹਿਮੰਡ ਵਿੱਚ ਹਾਥੀ ਦੇ ਦੰਦਾਂ ਵਾਂਗ ਸਫੇਦ ਹੈ। ਹਾਥੀ ਦੇ ਦੰਦ ਮਹਿੰਗੇ ਆ ਨਾ। ਕਿਤੇ ਚਲੇ ਜਾਓ ਪੂਰੀ ਦੁਨੀਆ 'ਚ, ਅਮਰੀਕਾ ਚੱਲ ਜਾਓ, ਇੱਧਰ ਇੰਗਲੈਂਡ ਆ ਜਾਓ, ਸਾਡੇ ਭਾਰਤ ਏਸ਼ੀਆ 'ਚ ਆ ਜਾਓ, ਹਾਥੀ ਦੇ ਦੰਦਾਂ ਦੇ ਬਣੇ ਪ੍ਰੋਡਕਟ ਤੇ ਮੀਨਾਕਾਰੀ ਅੱਜ ਵੀ ਮਹਿੰਗੀ ਹੈ, ਕੀਮਤੀ ਨੇ। ਉਹ ਬੜੀਆਂ ਥਾਵਾਂ ਤੇ ਹਾਥੀਆਂ ਦੇ ਸ਼ਿਕਾਰ ਵਰਜਤ ਨੇ। ਹਾਥੀ ਦੰਦਾਂ ਦੇ ਅੱਗੇ ਰਾਜੇ ਮਹਾਰਾਜੇ ਚੀਜ਼ਾਂ ਬਣਾਉਂਦੇ ਸੀ, ਕਿਰਪਾਨਾਂ ਦੇ ਮੁੱਠੇ ਬਣਦੇ ਸੀ, ਔਰਤਾਂ ਦੇ ਹੱਥਾਂ ਦੇ ਗਹਿਣੇ ਬਣਦੇ ਸੀ, ਗਲ ਦੇ ਹਾਰ ਬਣਦੇ ਸੀ। ਬਹੁਤ ਮਹਿੰਗੇ ਹਾਥੀ ਦੇ ਦੰਦ। ਕਹਿੰਦੇ ਹਾਥੀ ਦੇ ਦੰਦਾਂ ਵਾਂਗ ਸੋਹਣੀ ਸਿਫਤ ਗੁਰੂ ਨਾਨਕ ਸਾਹਿਬ ਦੀ ਪ੍ਰਿਥਵੀ ਦੇ ਚਾਰੇ ਪਾਸੇ ਹੈ। ਜਹਾਂ ਤਹਿ ਦੇਖੀਏ ਸੋ ਭਿੰਨ ਮਨ ਮੋਹੀਏ। ਕਹਿੰਦੇ ਮੈਂ ਜਿੱਥੇ ਜਿੱਥੇ ਤੱਕਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਹਰ ਪਾਸੇ ਮੈਨੂੰ ਸਤਿਗੁਰਾਂ ਦੀ ਅਲੱਗ ਜਿਹੀ ਮਹਿਮਾ ਲੱਗੀ, ਅਲੱਗ ਜਿਹੀ। ਪੰਜਾਬ ਦੀ ਧਰਤੀ ਤੇ ਵੇਖਿਆ ਗੁਰੂ ਨਾਨਕ ਦੇ ਸਿੱਖ ਹੋਰ ਤਰ੍ਹਾਂ ਦੇ, ਤੇ ਕਾਬਲ ਜਾ ਕੇ ਦੇਖੋ ਕੰਧਾਰ ਅਫਗਾਨ ਦੇ ਵਿੱਚ ਸਿੱਖ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਉੱਥੇ ਵੀ ਬੈਠੇ ਆ, ਪਰ ਉਹ ਜਿਹੜੇ ਸਿੰਧੂ ਸਿੱਖ ਨੇ ਨਾ, ਸਿੰਧੀ, ਉਹ ਹੋਰ ਤਰ੍ਹਾਂ ਦੇ ਆ। ਸ਼ਰਤਾਂ ਉਹਨਾਂ ਦੀ ਇੱਕ ਤੋਂ ਇੱਕ ਹੈ, ਸਾਡੇ ਤੋਂ ਕਿਤੇ ਜ਼ਿਆਦਾ ਹੈ। ਸਾਦਗੀ ਵੇਖਿਓ, ਨਿਮਰਤਾ ਵੇਖਿਓ, ਪਿਆਰ ਵੇਖਿਓ, ਤੇ ਜੇ ਵੇਖਣਾ ਸਾਡੇ ਵਾਲਿਆਂ ਦੀ ਆਕੜ ਵੇਖਿਓ। ਆਖੋ ਸਤਨਾਮ। ਮੈਂ ਕਹਿੰਦਾ ਪੰਜਾਬ ਦੇ ਸਿੱਖਾਂ 'ਚ ਜਿੰਨੀ ਐਨਰਜੀ ਆਕੜ ਦੀ ਹੈ, ਇੰਨੀ ਕਿਤੇ ਆਪਣੇ ਜੀਵਨ ਤੇ ਲਾਈ ਹੁੰਦੀ ਤੇ ਜ਼ਿੰਦਗੀ 'ਚ ਕੁਝ ਬਣ ਜਾਂਦੇ। ਹਉਮੈ ਬੜੀ ਸਾਡੇ ਕੋਲ, ਈਰਖਾ ਬੜੀ ਆ ਸਾਡੇ ਕੋਲ, ਤੇ ਇਹਨੂੰ ਕਹਿੰਦੇ ਦੀਵੇ ਥੱਲੇ ਹਨੇਰਾ। ਬਾਕੀ ਦੇਸ਼ਾਂ ਵਿਦੇਸ਼ਾਂ ਦੂਰ ਦੁਰਾਡਿਆਂ ਤੱਕ ਗੁਰੂ ਨਾਨਕ ਸਾਹਿਬ ਦੀ ਮਹਿਮਾ ਜਾਣ, ਲੋਕੀ ਝੁਕ ਝੁਕ ਸਲਾਮਾਂ ਕਰਦੇ। ਇੱਥੇ ਦੇ ਸਿੱਖ ਜਿਹੜੇ ਕੱਚੇ ਪੱਕੇ ਮੇਰੇ ਵਰਗੇ ਆ, ਉਹ ਗੁਰੂ ਘਰ ਬਹਿ ਕੇ ਗੁਰੂ ਦੀ ਨਿੰਦਿਆ ਕਰੀ ਜਾਂਦੇ ਆ। ਕਹਿੰਦੇ ਨਾ ਨਾ, ਇੱਥੇ ਕਿਤੇ ਬਾਬਾ ਨਾਨਕ ਚਲੇ ਗਿਆ, ਇੱਥੇ ਕੋਲੋਂ ਬਣਾਇਆ ਹੋਇਆ, ਐਵੇਂ ਕਿਵੇਂ ਪੱਤਰ ਨੂੰ ਹੱਥ ਲਾਤਾ, ਕਿਵੇਂ ਰੋਕ ਲਿਆ, ਬੰਦਾ ਰੋਕ ਸਕਦਾ? ਇਹ ਗੱਲਾਂ ਕੌਣ ਕਰਦੇ ਆ ਜੀ? ਜਿਹੜੇ ਅੱਜ ਕੱਲ੍ਹ ਦੇ ਸਾਇੰਸ ਬਾਬੇ ਆ, ਵਿਗਿਆਨਕ, ਸੁੱਖ ਨਾਲ 5 ਪੜ੍ਹੇ ਹੋਏ, ਆਖੋ ਸਤਨਾਮ। ਉਹ ਅੱਜ ਸਿੱਧ ਕਰਦੇ ਵੀ ਇਹ ਧਾਰਮਿਕ ਗ੍ਰੰਥ ਮਾੜੇ ਆ, ਇਹਨਾਂ 'ਚ ਕਮੀਆਂ ਨੇ, ਪਰ ਕਵੀ ਦੀ ਚਪੇੜਾ ਮਾਰਦੇ ਹੋ ਜਾਂਦੇ। ਜੇ ਪੜ੍ਹਿਆ ਹੋਵੇ ਤੇ ਪਤਾ ਲੱਗੇ ਨਾ ਵੀ ਇਤਿਹਾਸ ਕੀ ਹੈ। ਇਹ ਤੇ ਦੱਸ ਰਹੇ ਆ ਵੀ ਇਤਿਹਾਸ ਲਿਖਣ ਤੋਂ ਪਹਿਲਾਂ ਕਿੰਨੀਆਂ ਔਕੜਾਂ ਆਈਆਂ, ਤੇ ਲਿਖ ਕਿਹਨਾਂ ਬਾਰੇ ਰਹੇ ਆ। ਕਹਿੰਦੇ ਜਿਨ੍ਹਾਂ ਦੀ ਗੱਲਬਾਤ ਪੂਰੇ ਵਿਸ਼ਵ ਵਿੱਚ ਹੈ। ਲਖਨਊ ਸਾਰਦ ਸੀ ਲੱਭਪੁਰ ਵਾਰਦ ਸੀ। ਲਖਨਊ ਵਰਗੇ ਸ਼ਹਿਰ ਜੋ ਯੂਪੀ ਵਿੱਚ ਪੈਂਦੇ ਆ, ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਉਸ ਇਲਾਕੇ ਦੇ ਵਿੱਚ ਸਰਸਵਤੀ ਵਰਗੀ ਹੈ, ਕਿਉਂਕਿ ਸਰਸਵਤੀ ਵਰਗੀਆਂ ਨਦੀਆਂ ਉਸ ਪਾਸੇ ਵਹਿੰਦੀਆਂ। ਲੋਕ ਮੰਨਦੇ ਆ ਸਰਸਵਤੀ ਨੂੰ। ਲਾਹੌਰ ਬਾਰਦ ਸੀ, ਕਹਿੰਦੇ ਲਾਹੌਰ ਵਿੱਚ ਬੱਦਲ ਬਹੁਤ ਆਉਂਦੇ ਆ। ਲਾਹੌਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਬੱਦਲਾਂ ਵਰਗੀ ਹੈ। ਬੜੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਥਾਨ ਤੇ ਵਰਤਦੇ ਰਹੇ ਆ, ਜਾਂਦੇ ਰਹੇ ਆ। ਬਾਣੀ ਵਿੱਚ ਦਰਜ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ। ਲਾਹੌਰ ਦਾ ਜ਼ਿਕਰ ਹੈ। ਕਹਿੰਦੇ ਲਾਹੌਰ ਦੇ ਬੱਦਲਾਂ ਵਰਗੀ ਚੱਟੀ ਮਹਿਮਾ ਗੁਰੂ ਨਾਨਕ ਸਾਹਿਬ ਦੀ ਇੱਥੋਂ ਦੇ ਲੋਕ ਜਾਣਦੇ ਨੇ। ਹਾਜੀਪੁਰ ਹੰਸਨੀ ਸੀ ਰੂਪਾ ਰੂਮ ਜਾਨੀਏ। ਕਹਿੰਦੇ ਹਾਜੀਪੁਰ ਹੰਸਨੀ ਸੀ। ਹਾਜੀਪੁਰ ਦਾ ਇਲਾਕਾ ਹੰਸਣੀਆਂ ਵਰਗੀ ਮਹਿਮਾ ਹੈ। ਰੂਪਾ ਰੋਮ ਬਲਾਇਤ ਇਟਲੀ, ਰੋਮ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਮਹਿਮਾ ਨਾ, ਸਫੇਦ ਪਾਣੀ ਵਰਗੀ ਉਜਲ ਹੈ, ਬੜੀ ਪਾਕ ਹੈ, ਪਵਿੱਤਰ ਹੈ, ਕੱਚੀ ਲੱਸੀ ਵਰਗੀ ਹੈ। ਕਹਿੰਦੇ ਉੱਥੇ ਦੇ ਲੋਕ ਗੁਰੂ ਸਾਹਿਬ ਨੂੰ ਰੱਬ ਮੰਨਦੇ ਆ। ਜਦੋਂ ਮਹਾਰਾਜ ਰੋਮ 'ਚ ਗਏ ਨਾ, ਉੱਥੋਂ ਦਾ ਬਾਦਸ਼ਾਹ ਸੀ ਕਾਰੂ। ਗੁਰੂ ਸਾਹਿਬ ਨੇ ਫਿਰ ਉਹਦੇ ਨਾਮ ਤੇ ਨਸੀਹਤਨਾਮਾ ਲਿਖਿਆ, 40 ਗੰਜ ਜੋੜੇ ਨਾ ਰਾਖਿਓ ਈਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ।
ਉੱਥੋਂ ਦਾ ਰਾਜਾ ਛੱਡ ਕੇ ਸਭ ਕੁਝ ਚਲੇ ਗਿਆ। ਅੱਜ ਵੀ ਨੀਹਾਂ ਪੁੱਟੀਆਂ ਜਾਂਦੀਆਂ, ਵਿਸ਼ੇਸ਼ ਮਿਲਦੇ ਆ। ਰੋਮ ਵਰਗੇ ਦੇਸ਼ਾਂ ਵਿੱਚ ਵਲਾਇਤ ਵਿੱਚ ਗੁਰੂ ਸਾਹਿਬ ਨੂੰ ਉੱਥੋਂ ਦੇ ਰਾਜਿਆਂ ਨੇ ਪੂਜਿਆ ਏ। ਕਰਿਕਾ ਆਰੈਕ ਉਡਗਨ ਸੀ ਐਰਾਨ ਰੂਰੀ। ਕਹਿੰਦੇ ਈਰਾਨ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਤਾਰਿਆਂ ਵਰਗੀ ਹੈ। ਇਰਾਕ ਦੇ ਵਿੱਚ ਗੜਿਆਂ ਵਰਗੀ, ਗੜਾ ਬਰਫ਼ ਦਾ ਜਿਹਨੂੰ ਓਲਾ ਕਿਹਾ ਜਾਂਦਾ ਹੈ, ਚਿੱਟਾ ਸਫੇਦ। ਮੈਂ ਤੇ ਹੈਰਾਨ ਜਾਂਦਾ, ਕਵੀ ਜੀ ਤੂੰ ਐਡੇ ਵੱਡੇ ਮਹਾਂਪੁਰਖ ਨੇ, ਐਡੇ ਵੱਡੇ ਗੁਰਮੁਖ ਨੇ, ਸਫੇਦ ਵਸਤੂਆਂ ਦੀ ਗਿਣਤੀ ਇਦਾਂ ਕਰ ਰਹੇ ਆ ਜਿਵੇਂ ਹੱਥ ਦੇ ਵਿੱਚ ਮਾਲਾ ਫੜੀ ਹੋਵੇ 108 ਮਣਕਿਆਂ। ਲਿਖ ਲਿਖ ਕੇ ਮਹਿਮਾ ਜਸ ਗਾ ਗਾ ਕੇ ਨੇਤਰ ਭਰੀ ਬੈਠੇ ਨੇ। ਫਟਕ ਸੀ ਫਰਕਬਾਦ ਬਿਸਦ ਬਖਾਨੀਏ। ਫਰੂਕਾਬਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਹਿੰਦੇ ਫਟਕ ਵਰਗੀ ਹੈ। ਫਟਕ ਕਿਹਨੂੰ ਕਹਿੰਦੇ ਆ ਜੀ? ਬਲੌਰ, ਚਿੱਟਾ ਸ਼ੀਸ਼ਾ, ਬਲੌਰ। ਆਮ ਆਪਾਂ ਵੇਖਦੇ ਆ ਨਾ, ਜਿੱਦਾਂ ਕਈ ਵਾਰ ਗੁਰਦੁਆਰਿਆਂ 'ਚ ਲੱਗਿਆ ਹੁੰਦਾ ਨਕਲੀ ਡਾਇਮੰਡ ਟੰਗੇ ਹੁੰਦੇ ਆ, ਲਾਈਟ ਜਗਦੀ ਹੈ ਝੁੰਮਰਾਂ ਦੇ ਵਿੱਚ, ਉਹਨੂੰ ਫਟਕ ਕਹਿੰਦੇ ਆ। ਪਰ ਫਟਕ ਬਲੌਰ ਬੜੀ ਪਵਿੱਤਰ ਹੁੰਦੀ ਹੈ, ਸਾਫ ਸੁਥਰੀ ਚਮਕਦਾਰ ਹੁੰਦੀ ਹੈ। ਕਹਿੰਦੇ ਫਰੂਕਾਬਾਦ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਬਲੌਰਾਂ ਵਰਗੀ ਜਾਣੀ ਜਾਂਦੀ ਹੈ। ਉਦਦ ਬੰਦਰ ਮਦ ਉਦਦ ਸੀ ਫੈਲ ਰਹੀ। ਕੂਲਾ ਸੋ ਕਿਲੰਦਰੀ ਕਿ ਕੁੰਦ ਸੀ ਪਰਮਾਨੀਏ। ਜਿੰਨੀਆਂ ਬੰਦਰਗਾਹਾਂ ਨੇ ਕਹਿੰਦੇ ਉਹਨਾਂ ਬੰਦਰਗਾਹਾਂ ਤੇ ਗੁਰੂ ਸਾਹਿਬ ਦੀ ਮਹਿਮਾ ਦੁੱਧ ਵਰਗੀ ਹੈ, ਕਲੰਦਰ ਵਰਗੀ ਹੈ, ਫੁੱਲਾਂ ਵਰਗੀ ਹੈ। ਉਹ ਕਿਹੜੀ ਬੰਦਰਗਾਹ ਸੀ ਜਿੱਥੇ ਗੁਰੂ ਨਾਨਕ ਸਾਹਿਬ ਨਹੀਂ ਗਏ? ਕਿਹੜਾ ਪੌਟ ਸੀ, ਕਿਹੜਾ ਬੀਚ ਸੀ ਜਿੱਥੇ ਗੁਰੂ ਸਾਹਿਬ ਨਹੀਂ ਗਏ? ਕਿਉਂਕਿ ਮਰਦ ਜਦੋਂ ਜਾਂਦੇ ਸੀ ਨਾ ਦੁਨੀਆ ਨੂੰ ਤਾਰਦੇ ਜਾਂਦੇ ਸੀ। ਉਹ ਅਲੱਗ ਗੱਲ ਆ ਵੀ ਸਾਡੇ ਕੋਲ ਇੰਨਾ ਮੈਟਰ ਨਹੀਂ ਪਹੁੰਚਿਆ, ਇੰਨਾ ਇਤਿਹਾਸ ਨਹੀਂ ਪਹੁੰਚਿਆ। ਖੋਜਾਂ 'ਚ ਵੀ ਜਾਰੀ ਨੇ, ਵੱਡੇ ਵੱਡੇ ਮੈਪ ਬਣਾਏ ਗਏ ਨੇ, ਵਰਲਡ ਮੈਪ ਗੁਰੂ ਨਾਨਕ ਸਾਹਿਬ ਜਿਹਦੇ ਜਿੱਥੇ ਮਰਦ ਨੇ ਤੁਰ ਤੁਰ ਕੇ ਪੈਦਲ ਯਾਤਰਾ ਕੀਤੀ ਹੈ, ਉਹ ਵੀ ਅਧੂਰੇ ਆ ਹਜੇ। ਕਹਿੰਦੇ ਉਹ ਕਿਹੜੀ ਬੰਦਰਗਾਹ ਹੈ ਜਿੱਥੇ ਕੋਈ ਮੁਸਲਮਾਨ, ਕੋਈ ਹਿੰਦੂ, ਕੋਈ ਸਿੱਖ, ਕੋਈ ਬੋਧੀ ਸਤਿਗੁਰਾਂ ਨੂੰ ਨਮਸਕਾਰ ਨਹੀਂ ਸੀ ਕਰਦਾ। ਓਡੇ ਸੀ ਕਲਿੰਜਰ ਸਵਨ ਮੁਖ ਰਦਨ ਸੀ। ਨਾਨਕ ਕੀ ਕੀਰਤ ਸੰਤੋਖ ਸਿੰਘ ਗਾਨੀਏ। ਪਿਆਰ ਵਿੱਚ ਭਿੱਜ ਕੇ ਸ਼ਬਦ ਦੀ ਸਮਾਪਤੀ ਕਰਦੇ ਹੋਏ ਕਵੀ ਜੀ ਕਹਿੰਦੇ ਆ, ਨਾਨਕ ਕੀ ਕੀਰਤ ਸੰਤੋਖ ਸਿੰਘ ਮਾਨੀ ਹੈ। ਕਵੀ ਸੰਤੋਖ ਸਿੰਘ ਹੱਥ ਜੋੜ ਨਮਸਕਾਰ ਕਰਕੇ ਕਹਿੰਦੇ ਉਹ ਰੱਬਾ ਮੇਰਿਆ, ਉਹ ਕਿਹੜੀ ਥਾਂ ਜਿੱਥੇ ਤੂੰ ਨਹੀਂ? ਉਹ ਕਿਹੜੀ ਜਗ੍ਹਾ ਹੈ ਜਿੱਥੇ ਤੇਰੀ ਮਹਿਮਾ ਨਹੀਂ, ਜਿੱਥੇ ਕੋਈ ਤੈਨੂੰ ਨਹੀਂ ਜਾਣਦਾ? ਫਿਰ ਨਿੰਦਕਾਂ ਦੀ ਔਕਾਤ ਕੀ? ਆਖੋ ਸਤਨਾਮ ਮੇਰਾ ਤੈਨੂੰ ਸਜਦਾ ਹੈ। ਦੋਹਰਾ 10 ਦਿਸ਼ ਹਿੰਦੂ ਤੁਰਕ ਮੇ ਘਰ ਘਰ ਦੇਸ਼ ਵਿਦੇਸ਼। ਫੁਲਵਾਰੀ ਫੁੱਲੀ ਜੁਹੀ ਮਲਕਾ ਸੁਮਨ ਬਸ਼ੇਸ਼। ਕਵੀ ਜੀ ਕਹਿੰਦੇ ਐਸੇ ਸਮੇਂ 'ਚ ਸਤਿਗੁਰਾਂ ਨੇ ਪ੍ਰਚਾਰ ਪ੍ਰਸਾਰ ਨਾਨਕ ਨਾਮ ਪਰਮਾਤਮਾ ਦਾ ਕੀਤਾ ਜਦੋਂ ਮੁਸਲਮਾਨਾਂ ਦਾ ਰਾਜ ਸੀ ਤੇ ਕਿਤੇ ਹਿੰਦੂਆਂ ਦਾ ਰਾਜ ਸੀ। ਜਦੋਂ ਫੜ ਕੇ ਅਗਲੇ ਕਹਿੰਦੇ ਸੀ ਕਤਲ ਕਰ ਦਿਓ। ਉਹ ਕਿੰਨੀਆਂ ਥਾਵਾਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਤੇ ਫਤਵੇ ਲਾਏ ਕਿ ਫੜ ਕੇ ਮਾਰੋ ਇਹਨਾਂ ਨੂੰ। ਕੋਈ ਕਹਿੰਦਾ ਸੀ ਪੱਥਰ ਮਾਰੋ, ਸੰਗਸਾਰ ਕਰੋ, ਕਿਉਂਕਿ ਇਸਲਾਮ ਦੇ ਲੋਕ ਸੰਗਸਾਰ ਕਰਨਾ, ਮਾਰਬਲ ਪੱਥਰ ਮਾਰਨਾ ਹੀ ਸਜ਼ਾਈ ਮੌਤ ਦਿੰਦੇ ਆ। ਸਪੇਨ ਦੀਆਂ ਜੇਲ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ 1 ਮਹੀਨਾ 7 ਦਿਨ ਬਤੀਤ ਕਰਕੇ ਆਏ। ਸਪੇਨ ਦੇ ਵਿੱਚ ਯੂਰਪ ਦਾ ਇਲਾਕਾ ਹੈ। ਉਹ ਕਿਹੜੇ ਕਿਹੜੇ ਇਲਾਕੇ ਆ ਜਿੱਥੇ ਜਿੱਥੇ ਮਹਾਰਾਜ ਨਹੀਂ ਗਏ? ਵੈਟੀਕਨ ਸਿਟੀ ਦੁਨੀਆ ਜਾਣਦੀ ਹੈ, ਚਰਚ ਹੈ, ਵੱਡੇ ਵੱਡੇ ਪੌਪ ਰਹਿੰਦੇ ਆ ਉੱਥੇ। ਇਟਲੀ ਦਾ ਇੱਕ ਛੋਟਾ ਜਿਹਾ ਕਾਰਨਰ ਜੋ ਇੱਕ ਅਲੱਗ ਦੇਸ਼ ਮੰਨਿਆ ਜਾਂਦਾ ਹੈ, ਜਿਹਨੂੰ ਵੈਟੀਕਨ ਸਿਟੀ ਦਾ ਨਾਮ ਦਿੱਤਾ ਜਾਂਦਾ। ਇੱਥੋਂ ਦੇ ਪੌਪਾਂ ਨੇ ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ ਹੈ। ਅੱਜ ਇੰਟਰਨੈਟ 'ਤੇ ਮੌਜੂਦ ਹੈ ਇਤਿਹਾਸ, ਅੱਜ ਗ੍ਰੰਥਾਂ ਵਿੱਚ ਮੌਜੂਦ ਹੈ। ਕਹਿੰਦੇ ਉੱਥੋਂ ਦੇ ਲੋਕ ਗੁਰੂ ਸਾਹਿਬ ਅੱਗੇ ਝੁਕ ਗਏ ਸੀ। ਈਸਾਈ ਧਰਮ ਦੇ ਲੋਕ ਕਹਿੰਦੇ ਸੀ ਨਾਨਕ ਜੀ ਤੋਂ ਵੱਡਾ ਇਸ ਜੱਗ ਤੇ ਕੋਈ ਰੱਬ ਨਹੀਂ। ਆਖੋ ਸਤਨਾਮ ਇਹ ਆਪ ਸਾਖਸ਼ਾਤ ਪਰਮਾਤਮਾ ਹੈ। ਸਤਿਗੁਰ ਵਿਚਰਦੇ ਸੀ ਸਮੁੰਦਰਾਂ ਦੇ ਰਾਹਾਂ ਤੋਂ, ਬੰਦਰਗਾਹਾਂ ਤੇ ਜਾ ਕੇ ਲੋਕਾਂ ਨੂੰ ਤਾਰਦੇ ਸੀ, ਧਾਰਮਿਕ ਤੀਰਥਾਂ ਤੇ ਤਾਰਦੇ ਸੀ। ਛੋਟੇ ਵੱਡੇ ਜਿੰਨੇ ਵਲਾਇਤ ਸੀ, ਵਲਾਇਤ ਕਹਿੰਦੇ ਆ ਫੌਰਨ ਨੂੰ, ਵਿਦੇਸ਼ ਨੂੰ, ਕੰਟਰੀਆਂ ਨੂੰ। ਉਹ ਅਲੱਗ ਦੇਸ਼ ਜਿੱਥੇ ਜਾਣਾ ਥੋੜ੍ਹਾ ਜਿਹਾ ਔਖਾ ਸੀ ਉਹਨਾਂ ਸਮਿਆਂ। ਚਲੋ ਅੱਜ ਤੇ ਬੜਾ ਸੌਖਾ ਹੈ, ਪਲੇਨ ਫੜੋ ਬੰਦਾ ਝੱਟ ਪਹੁੰਚ ਜਾਂਦਾ 8 ਘੰਟਿਆਂ 'ਚ, ਕੋਈ 16 ਘੰਟਿਆਂ 'ਚ, ਕਿਤੇ 22 ਘੰਟਿਆਂ 'ਚ। ਉਹਨਾਂ ਸਮਿਆਂ ਵਿੱਚ 6-6 ਮਹੀਨੇ 2-2 ਸਾਲ ਲੱਗਦੇ ਸੀ। ਐਸੀਆਂ ਥਾਵਾਂ ਤੇ ਗੁਰੂ ਸਾਹਿਬ ਦੀ ਪੂਜਾ ਉਹਨਾਂ ਲੋਕਾਂ ਨੇ ਕੀਤੀ। ਮੱਕੇ ਵਿੱਚ ਕਹਿੰਦੇ ਕੋਈ ਮੁਸਲਮਾਨ ਤੋਂ ਬਗੈਰ ਨਹੀਂ ਜਾਂਦਾ, ਗੈਰ ਮੁਸਲਮਾਨ। ਗੁਰੂ ਸਾਹਿਬ ਗਏ,
ਖੇਡ ਵਰਤਾ ਕੇ ਆਏ। ਇਹੋ ਜਿਹੇ ਵੀ ਰਾਜੇ ਮਹਾਰਾਜੇ ਸੀ ਜਿਹੜੇ ਕਹਿੰਦੇ ਸੀ ਮੰਦਰਾਂ ਵਿੱਚ ਇਹਨਾਂ ਦੀ ਬਲੀ ਦਿਓ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਮਰਦਾਨਾ ਇਹਨਾਂ ਕੇ ਇੱਥੇ ਸਾਡੇ ਧਰਮ ਦੇ ਵਿਰੁੱਧ ਗੱਲ ਕੀਤੀ, ਸਿਰ ਕੱਟੋ ਇਹਨਾਂ ਦੇ, ਮੰਦਰਾਂ 'ਚ ਬਲੀ। ਇਹ ਸਾਰੇ ਪ੍ਰਸੰਗ ਅੱਗੇ ਜਾ ਕੇ ਆਉਣਗੇ। ਕਹਿੰਦੇ ਸਾਰੀਆਂ ਥਾਵਾਂ ਤੇ ਸਭ ਨੇ ਮਾਫੀ ਮੰਗ ਖਹਿੜੇ ਛਡਾਏ, ਆਖੋ ਸਤਨਾਮ। ਕਿਤੇ ਬਲੀ ਕੰਧਾਰੀ ਵਰਗੇ ਪੱਥਰ ਸੁੱਟ ਕੇ ਕਹਿੰਦੇ ਸੀ ਇਹ ਕੌਣ ਹੁੰਦਾ ਸਾਡਾ ਪਾਣੀ ਖਿੱਚਣ ਵਾਲਾ, ਤੇ ਕਿੱਥੇ ਬਲੀ ਕੰਧਾਰੀ ਜੀ। ਅੱਜ ਵੀ ਹਸਨ ਅਬਦਾਲ ਪੰਜਾ ਸਾਹਿਬ ਦੀ ਧਰਤੀ ਤੇ ਉਹ ਨਿਰਮਲ ਜਲ ਆਉਂਦਾ ਹੈ। ਜਾਣ ਵਾਲੀਆਂ ਸੰਗਤਾਂ ਦਰਸ਼ਨ ਕਰਕੇ ਮਨ ਭਰ ਆਉਂਦੀਆਂ ਨੇ। ਲੋਕ ਮੰਨ ਕੇ ਹੈਰਾਨ ਨੇ, ਕਹਿੰਦੇ ਇਸ ਪਹਾੜੀ ਦੇ ਨੇੜੇ ਤੇੜੇ ਪਾਣੀ ਨਹੀਂ ਤੇ ਇੱਥੇ ਉਜਲ ਜਲ ਦੇ ਚਸ਼ਮੇ ਵਹਿੰਦੇ, ਆਖੋ ਸਤਨਾਮ। ਅੱਜ ਵੀ ਉਸ ਪੰਜੇ ਤੇ ਬੱਚਾ ਹੱਥ ਲਾਵੇ, ਵੱਡਾ ਲਾਵੇ, ਸਭ ਦਾ ਫਿੱਟ ਆਉਂਦਾ। ਡਿਸਕਵਰੀ ਵਾਲੇ ਭੱਜੇ ਫਿਰਦੇ ਖੋਜਾਂ ਕਰਦੇ, ਕਹਿੰਦੇ ਬਈ ਇਹ ਤੇ ਕਰਿਸ਼ਮੇ ਤੋਂ ਘੱਟ ਨਹੀਂ, ਇਹ ਗੱਲਾਂ ਵੱਡੀਆਂ ਨੇ। ਕਵੀ ਕਹਿੰਦੇ ਉਹਨਾਂ ਸਮਿਆਂ 'ਚ ਮੇਰੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆ ਨੂੰ ਤਾਰਦੇ ਰਹੇ ਲੌਜਿਕ ਨਾਲ। ਉਹਨਾਂ ਨੇ ਸਮਝਾਇਆ, ਜ਼ਮਾਨੇ ਨੂੰ ਦਰਸਾਇਆ ਸੱਚ ਦਾ ਰਾਹ ਕੀ ਹੈ, ਤੁਸੀਂ ਕਿਹੜੀਆਂ ਰਾਹਾਂ ਤੇ ਭਟਕਦੇ ਕਰਮ ਕਾਂਡ ਕਰਦੇ ਫਿਰਦੇ ਹੋ। ਜਦੋਂ ਕਵੀ ਜੀ ਦੇ ਇਹਨਾਂ ਵਚਨਾਂ ਨੂੰ ਸੁਣਿਆ ਨਾ, ਜਿੰਨੇ ਸਰੋਤੇ ਕੋਲ ਬੈਠੇ ਸੀ ਮਨ ਭਰ ਆਏ ਵੀ ਐਡੀ ਮਹਾਨ ਆਤਮਾ ਗੁਰੂ ਨਾਨਕ ਸਾਹਿਬ ਪਰਮੇਸ਼ਵਰ, ਵੀ ਉਹਨਾਂ ਦੇ ਪਰਥਾਏ ਕੋਈ ਮਾੜਾ ਬੋਲਣ ਵਾਲਾ। ਕਹਿੰਦੇ ਸੋ ਮੁਖ ਜਲੋ ਜੋ ਕਹਿ ਠਾਕੁਰ ਜੋਨੀ। ਬਾਣੀ ਕਹਿੰਦੀ ਉਹ ਮੂੰਹ ਸੜ ਜਾਏ ਜਿਹੜਾ ਮੂੰਹ ਕਹਿੰਦਾ ਵੀ ਰੱਬ ਜੂਨਾਂ ਵਿੱਚ ਆਉਂਦਾ, ਆਖੋ ਸਤਨਾਮ। ਜੋ ਕਹੇ ਵੀ ਗੁਰੂ ਸਾਹਿਬ ਸਾਡੇ ਵਰਗੇ ਸੀ, ਸੜ ਜਾਣੀ ਚਾਹੀਦੀ ਜ਼ੁਬਾਨ ਉਹ। ਪਰ ਉਹਨਾਂ ਸਮਿਆਂ ਵਿੱਚ ਉਹਨਾਂ ਸਿੱਖਾਂ ਨੇ ਸੀਸ ਝੁਕਾਇਆ। ਫਿਰ ਸਵਾਲ ਕੀਤਾ, ਕਹਿੰਦੇ ਮਹਾਂਪੁਰਖੋ ਹੁਣ ਇੱਕ ਗੱਲ ਹੋਰ ਦੱਸੋ, ਅਸੀਂ ਇਹ ਮੰਨ ਲਿਆ ਵੀ ਗੁਰੂ ਨਾਨਕ ਸਾਹਿਬ ਤੋਂ ਵੱਡਾ ਜੱਗ ਤੇ ਕੋਈ ਨਹੀਂ, ਇਹ ਦੱਸ ਦਿਓ ਜੀ ਫਿਰ ਇਹ ਜੋ ਤੁਸੀਂ ਇਤਿਹਾਸ ਲਿਖਿਆ ਇਹ ਕਿਹਦੇ ਕੋਲੋਂ ਪ੍ਰਾਪਤ ਕੀਤਾ, ਕਿੱਥੋਂ ਕਿੱਥੋਂ ਮਿਲਿਆ ਤੁਹਾਨੂੰ? ਕਿਉਂਕਿ ਜਿਹੜੀ ਉਹ ਜਨਮ ਸਾਖੀ ਸੀ ਉਹ ਤੇ ਬਿਆਸਾ 'ਚ ਸੁੱਟੀ ਗਈ। ਜੋ ਨਾ ਲਿਖਿਆ ਬਾਦ ਘਾੜ ਤੁਸੀਂ ਸੋਧ ਲਿਆ, ਉਹ 'ਚੋਂ ਕੱਢ ਲਿਆ। ਗੁਰੂ ਸਾਹਿਬ ਦੀ ਮਹਿਮਾ ਦੱਸ ਦਿੱਤੀ ਵੀ ਐਡੀ ਉੱਜਲ ਮਹਿਮਾ ਏ। ਤੇ ਜਿਨ੍ਹਾਂ ਨੇ ਇਹ ਕਰਤੂਤਾਂ ਕੀਤੀਆਂ ਸੀ ਨਿੰਦਿਆ ਕਰਕੇ, ਉਹਨਾਂ ਦੀ ਤੇ ਨਿੰਦਿਆ ਹੀ ਬੜੀ ਛੋਟਾ ਤਲ ਸੀ ਤੇ ਕਵੀ ਦਾ ਜੀਵਨ ਬੜਾ ਉੱਚਾ ਸੀ। ਕਵੀ ਕਹਿੰਦੇ ਆਓ ਪਿਆਰਿਓ ਤੁਹਾਨੂੰ ਦੱਸਾਂ ਕਿੱਥੋਂ ਕਿੱਥੋਂ ਕੀ ਪ੍ਰਾਪਤ ਹੋਇਆ। ਬੜੀਆਂ ਮਿਹਨਤਾਂ ਮੁਸ਼ੱਕਤਾਂ ਨੇ। ਇੱਥੇ ਮੇਰੇ ਵਰਗਾ ਅਨਪੜ੍ਹ ਜਿਹਾ ਬੰਦਾ ਉੱਠ ਕੇ ਕਹਿੰਦਾ ਕਵੀ ਸੰਤੋਖ ਸਿੰਘ ਦਾ ਗ੍ਰੰਥ ਚੁੱਕ ਲੋ, ਇਹ ਝੂਠਾ ਮੈਂ ਨਹੀਂ ਪੜ੍ਹਦਾ। ਵੀ ਤੈਨੂੰ ਆਉਂਦਾ ਕੀ, ਤੂੰ ਤੇ ਪੈਰ ਦੀ ਜੁੱਤੀ ਵੀ ਨਹੀਂ ਬਣ ਸਕਦਾ। ਅੱਜ ਕੱਲ੍ਹ ਸਾਡੇ ਪ੍ਰਚਾਰਕਾਂ ਦੀ ਨਿੰਦਿਆ ਦਾ ਤਲ, ਬੁੱਧ ਦਾ ਤਲ, ਬੌਧਿਕਤਾ ਦਾ ਤਲ ਇੰਨਾ ਡਿੱਗ ਚੁੱਕਿਆ, ਬਾਬਾ ਨਾਨਕ ਆਪ ਹੀ ਬਚਾਏ। ਅੱਜ ਜੋ ਜੋ ਨਿੰਦਿਆ ਹੋ ਰਹੀ ਇੰਟਰਨੈਟ ਭਰਿਆ ਪਿਆ। ਧਰਮ ਦੀ ਖਿਲਾਫਤ ਕਰਨ ਵਾਲੇ ਇਹ ਉਹ ਲੋਕ ਨੇ ਪੈਸੇ ਲੈ ਕੇ ਲੋਕਾਂ ਤੋਂ ਤੇ ਜਿੱਥੇ ਖਾਂਦੇ ਉੱਥੇ ਥੁੱਕਦੇ ਆ। ਰੱਬ ਬਚਾਏ। ਇਹੋ ਜਿਹੇ ਪਹਿਲਾਂ ਬੜੇ ਆਏ ਆ, ਆਉਂਦੇ ਰਹਿਣਗੇ। ਪਰ ਹਾਂ ਕੁਛ ਲੋਕ ਇਹਨਾਂ ਲੋਕਾਂ ਮਗਰ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਆ। ਇਹੀ ਕਵੀ ਦੱਸਦੇ ਆ, ਕਹਿੰਦੇ ਸਖਤ ਦਾ ਪਰਛਾਵਾਂ ਨਾ ਪੈਣ ਦਿਓ, ਸਖਤ ਦੀ ਗੱਲ ਨਾ ਸੁਣੋ, ਸਖਤ ਤੋਂ ਦੂਰ ਰਹੋ। ਹਮੇਸ਼ਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਏ। ਮਰਜ ਉਹਨਾਂ ਨਾਲ ਮਿਲਾਇਓ ਜਿਨ੍ਹਾਂ ਨੂੰ ਮਿਲ ਕੇ ਤੇਰੀ ਬੰਦਗੀ, ਤੇਰਾ ਸਿਮਰਨ, ਤੇਰੀ ਭਾਵਨਾ, ਤੇਰੀ ਸ਼ਰਧਾ ਅੰਦਰ ਪੈਦਾ ਹੋਵੇ। ਵਾਹਿਗੁਰੂ 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 ਵਾਹਿਗੁਰੂ।